ਇਨਕਮ ਫਰੋਮ ਹਾਊਸ ਪ੍ਰਾਪਰਟੀ। ਇਹਦੇ ਵਿੱਚ ਆਪਾਂ ਨੇ ਕੱਲ ਕਾਫੀ ਤਾਂ ਕਰ ਲਿਆ ਸੀ ਵੀ ਕਿਹੜੀ ਕਿਹੜੀ ਇਨਕਮ ਇਹਦੇ ਵਿੱਚ ਆਉਂਦੀ ਹੈ ਔਰ ਕਿਹੜੀ ਕਿਹੜੀ ਇਨਕਮ ਇਹਦੇ ਵਿੱਚ ਨਹੀਂ ਆਉਂਦੀ ਹੈ, ਆਪਾਂ ਕੱਲ ਕਰ ਲਿਆ ਸੀਗਾ। ਅੱਜ ਆਪਾਂ ਇਹ ਚੱਲਦੇ ਹਾਂ ਕੰਪੂਟੇਸ਼ਨ ਆਫ ਇਨਕਮ ਫਰੋਮ ਲੈਟ ਆਊਟ ਹਾਊਸ ਪ੍ਰਾਪਰਟੀ। ਜਿਹੜੀ ਅਸੀਂ ਆਪਣੀ ਹਾਊਸ ਪ੍ਰਾਪਰਟੀ ਕਿਰਾਏ ਤੇ ਬਾਹਰ ਦੇ ਦਿੰਨੇ ਹੈਗੇ ਆ, ਉਹਦੇ ਉੱਪਰ ਅਸੀਂ ਕਿਵੇਂ ਇਨਕਮ, पेज नंबर 227 ਕਿਹੜੀ ਪ੍ਰਾਪਰਟੀ ਜਿਹੜੀ ਅਸੀਂ ਬਾਹਰ ਦੇ ਦਿੰਨੇ ਹੈ ਕਿਰਾਏ ਤੇ, ਉਹਦੇ ਉੱਪਰ ਅਸੀਂ ਇਨਕਮ ਫਾਈਂਡ ਕਰਨੀ ਹੈ, ਉਹਦੇ ਉੱਪਰ ਕਿਵੇਂ ਟੈਕਸ ਉਹਦੇ ਕੈਲਕੂਲੇਟ ਹੁੰਦਾ, ਉਹਦਾ ਫਾਰਮੂਲਾ ਵੀ ਇਹਦੇ ਨਾਲ ਆ ਜਾਏਗਾ। Income from let out property is computed after giving the certain deductions from the net annual value of the let out property। अगर तुसी property ਦੇ ਵਿੱਚ find ਕਰਨਾ ਹੈ ਵੀ ਕਿੰਨੇ % ਟੈਕਸ ਲੱਗ ਰਿਹਾ ਜਾਂ ਕੁਝ ਵੀ ਹੈ, ਕੁਝ ਡਿਡਕਸ਼ਨਸ ਹੋਣੇ ਨੇ ਉਹ ਅਸੀਂ ਮਾਈਨਸ ਕਰਨੇ ਹੁੰਦੇ ਨੇ, ਉਸ ਬੇਸ ਤੇ ਹੋਏਗਾ। ਸਭ ਤੋਂ ਪਹਿਲਾਂ ਅਗਰ ਤੁਸੀਂ ਪ੍ਰਾਪਰਟੀ ਦੀ ਕਹਿੰਦਾ ਨੈਟ ਵੈਲਿਊ ਫਾਈਂਡ ਕਰਨੀ ਹੈ ਤਾਂ ਤੁਹਾਨੂੰ ਗ੍ਰੋਸ ਐਨੂਅਲ ਵੈਲਿਊ ਦੇਖਣੀ ਪੈਣੀ, ਉਹਦੇ ਵਿੱਚ 3 ਅਮਾਉਂਟਸ ਚੈੱਕ ਕਰਨੇ ਪੈਣਗੇ। ਸਭ ਤੋਂ ਪਹਿਲਾਂ ਤਾਂ ਚੈੱਕ ਕਰਨੀ ਪਏਗੀ ਮਿਊਨਿਸਿਪਲ ਵੈਲਿਊ ਆਫ ਦੀ ਪ੍ਰਾਪਰਟੀ। ਮਿਊਨਿਸਿਪਲ ਵੈਲਿਊ ਹੁੰਦੀ ਵੀ ਜਿਹੜੀ ਤੁਸੀਂ ਆਪਣੀ ਪ੍ਰਾਪਰਟੀ ਦੇ ਉੱਪਰ ਟੈਕਸ ਵਗੈਰਾ ਪੇ ਕਰਦੇ ਹੈਗੇ, ਠੀਕ ਹੈ। दूसरा ਹੁੰਦਾ एक्चुअल रेंट रिसीव्ड फ्रॉम द ड्यूरिंग द ईयर, पूरे साल ਦੇ ਵਿੱਚ ਤੁਸੀਂ ਜਿੰਨਾ ਰੈਂਟ ਰਿਸੀਵ ਕਰਿਆ। ਥਰਡ ਹੈ ਫੇਅਰ ਰੈਂਟ ਔਰ ਸਿਮਿਲਰ ਪ੍ਰਾਪਰਟੀ ਇਨ ਦੀ ਸੇਮ ਔਰ ਸੇਮ ਏਰੀਆ ਸੇਮ ਲੋਕੈਲਿਟੀ ਦੇ ਵਿੱਚ ਸਭ ਦਾ ਰੈਂਟ ਕੀ ਚੱਲ ਰਿਹਾ ਹੈਗਾ। ਜਿਵੇਂ ਅਸੀਂ ਮੰਨ ਕੇ ਚੱਲਦੇ ਐਕਸਪੈਕਟਡ ਰੈਂਟ ਸਾਡਾ ਕੀ ਚੱਲ ਰਿਹਾ ਹੈਗਾ, ਅਸੀਂ ਉਹ ਦੇਖਣਾ ਹੋਏਗਾ ਵੀ ਅਸੀਂ ਕੁਝ ਹੋਰ ਰੱਖਿਆ ਜਾਂ ਮਾਰਕੀਟ ਦੇ ਵਿੱਚ ਕੀ ਰੇਟ ਚੱਲ ਰਿਹਾ, ਉਹਨੂੰ ਫੇਅਰ ਰੈਂਟ ਕਹਿੰਦੇ ਆ। ਸਰ ਕੀ ਪੁੱਛਾਂ, ਜਦੋਂ ਵੀ ਕਹਿੰਦਾ ਤੁਸੀਂ ਗ੍ਰੋਸ ਐਨੂਅਲ ਵੈਲਿਊ ਆ ਤਿੰਨੋਂ ਚੀਜ਼ਾਂ ਕੱਢ ਲਓਗੇ, ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਪ੍ਰੀਵੀਅਸ ਈਅਰ ਦੇ ਵਿੱਚ ਮੰਨ ਲਈ ਤੁਸੀਂ ਇਹ ਤਿੰਨੋਂ ਜਦੋਂ ਫੇਅਰ ਰੈਂਟ ਤੇ ਦੇਖ ਲੈਣ ਤੁਹਾਨੂੰ ਐਕਚੁਅਲ ਰੈਂਟ ਕਿੰਨਾ ਹੈਗਾ ਜਾਂ ਫੇਅਰ ਰੈਂਟ ਕਿੰਨਾ ਹੈਗਾ ਉਹ ਦੇਖ ਲਓ। ਤੁਹਾਡੇ ਕੋਲ ਜਦੋਂ ਵੈਲਿਊ ਆ ਜਾਏਗੀ ਫਿਰ ਤੁਸੀਂ ਉਹ ਵੈਲਿਊ ਦੇ ਵਿੱਚੋਂ ਜਿੰਨਾ ਪ੍ਰੀਵੀਅਸ ਈਅਰ ਦੇ ਵਿੱਚੋਂ ਮਿਊਨਿਸਿਪਲ ਟੈਕਸ ਤੁਸੀਂ ਪੇ ਕਰਿਆ ਹੈਗਾ ਉਹ ਮਾਈਨਸ ਹੋ ਜਾਊਗਾ ਤੁਹਾਡਾ, ਠੀਕ ਹੈ। ਲਈ ਜਿਹੜੀ ਤੁਹਾਡੇ ਕੋਲ ਰੈਂਟ ਦੀ ਗ੍ਰੋਸ ਵੈਲਿਊ ਆ ਜਾਏਗੀ, ਐਗਜ਼ਾਮਪਲ ਤੁਹਾਡਾ ਪ੍ਰੋਪਰ ਪੂਰੇ ਸਾਲ 'ਚ ਕਿੰਨਾ ਰੈਂਟ ਤੁਹਾਨੂੰ ਮਿਲਿਆ, ਉਹਦੇ ਵਿੱਚੋਂ ਮਿਊਨਿਸਿਪਲ ਟੈਕਸ ਦੀ ਵੈਲਿਊ ਇੱਕ ਤਾਂ ਮਾਈਨਸ ਹੋ ਜਾਂਦੀ ਹੈਗੀ। ਉਹਦੇ ਲਈ ਕੰਡੀਸ਼ਨ ਜ਼ਰੂਰੀ ਹੈ ਕਿ ਤੁਸੀਂ ਮਿਊਨਿਸਿਪਲ ਟੈਕਸ ਪਿਛਲੇ ਸਾਲ 'ਚ ਭਰਿਆ ਹੋਣਾ ਜ਼ਰੂਰੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਿਛਲੇ ਸਾਲ ਦਾ ਅਸੀਂ ਨਹੀਂ ਭਰਿਆ ਹੈਗਾ। ਮਿਊਨਿਸਿਪਲ ਟੈਕਸ ਕਰਨਾ ਤਾਂ ਤੁਸੀਂ ਵੀ ਲੈਂਡਲੋਰਡ ਬਣ ਕੇ ਪੇ ਕਰੇ ਜਿਵੇਂ ਮਰਜ਼ੀ, ਲੇਕਿਨ ਤੁਹਾਨੂੰ ਉਹ ਇਨਕਮ ਕਿਤੋਂ ਹੋਈ ਹੈਗੀ ਹੈ ਉਹ ਪੇ ਕਰਿਆ ਹੋਣਾ ਜ਼ਰੂਰੀ ਹੈ ਔਰ ਉਹਦੇ ਵਿੱਚੋਂ ਮਾਈਨਸ ਹੋ ਜਾਏਗਾ। ਫਿਰ ਉਸ ਤੋਂ ਬਾਅਦ ਉਹਨੇ ਲਿਖਿਆ ਹੈਗਾ ਤੁਹਾਡੀ ਰਿਪੇਅਰ ਐਂਡ ਕਲੈਕਸ਼ਨ ਚਾਰजेस, ਇਹ 30% ਹੁੰਦੀ ਹੈ ਅਮਾਉਂਟ ਐਨੂਅਲ ਵੈਲਿਊ, ਜਿੰਨੀ ਤੁਹਾਡੀ ਬਿਲਡਿੰਗ ਦੀ ਐਨੂਅਲ ਵੈਲਿਊ ਆਊਗੀ ਨਾ, ਜਿਹੜੀ ਉੱਪਰ ਤੁਹਾਡੇ ਕੋਲ ਗ੍ਰੋਸ ਵੈਲਿਊ ਆਈ ਹੁੰਦੀ ਹੈ ਉਹਦਾ 30% ਹਮੇਸ਼ਾ ਰਿਪੇਅਰ ਦੇ ਲਈ ਮਾਈਨਸ ਹੋ ਜਾਂਦਾ ਹੈਗਾ ਤੁਹਾਡੀ ਐਨੂਅਲ ਵੈਲਿਊ ਦੇ ਵਿੱਚੋਂ। ਤੁਸੀਂ ਐਗਜ਼ਾਮਪਲ 1 ਲੱਖ ਰੁਪਏ ਦਾ ਤੁਹਾਡੀ ਐਨੂਅਲ ਵੈਲਿਊ ਦੀ ਪ੍ਰਾਪਰਟੀ ਹੈਗੀ ਹੈ ਜਿਹਦੇ ਉੱਪਰ ਤੁਹਾਨੂੰ ਇਨਕਮ ਆ ਰਹੀ ਸੀਗੀ, ਉਹਦੀ 1 ਲੱਖ ਦੀ 30% ਮਤਲਬ 30,000 ਰੁਪਏ ਤੁਹਾਡਾ ਮਾਈਨਸ ਡਾਇਰੈਕਟ ਹੀ ਹੋ ਜਾਊਗਾ ਰਿਪੇਅਰ ਦੇ ਵਿੱਚ। ਮਾਈਨਸ ਇੱਕ ਹੋਰ ਹੋਊਗਾ ਮਿਊਨਿਸਿਪਲ ਟੈਕਸ ਜਿਹੜਾ ਤੁਸੀਂ ਪੇ ਕਰਿਆ ਹੋਊਗਾ। ਉਸ ਤੋਂ ਬਾਅਦ ਇੰਟਰਸਟ, ਅਗਰ ਤੁਸੀਂ ਪ੍ਰਾਪਰਟੀ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਲੋਨ ਲਿਆ ਹੋਇਆ ਸੀ, ਜਿਹੜੀ ਪ੍ਰਾਪਰਟੀ ਤੁਹਾਡੀ ਹੈਗੀ ਹੈ ਤੁਸੀਂ ਉਹਦਾ ਇੰਟਰਸਟ ਪੇ ਕਰ ਰਹੇ ਹੋ ਲੋਨ ਦਾ, ਜਿੰਨਾ ਤੁਸੀਂ ਇੰਟਰਸਟ ਪੇ ਕੀਤਾ ਹੋਊਗਾ ਉਹ ਵੀ ਉਹਦੇ ਵਿੱਚੋਂ ਮਾਈਨਸ ਹੋ ਜਾਊਗਾ। ਐਗਜ਼ਾਮਪਲ ਮੈਨੇ ਲੋਨ ਲਿਆ ਹੋਇਆ 5 ਲੱਖ ਰੁਪਏ ਦਾ, ਉਹਦਾ ਹਰ ਮਹੀਨੇ ਲੋਨ ਦਾ ਇੰਟਰਸਟ ਜਾਂਦਾ ਹੈ 1000 ਰੁਪਏ ਜਾਂ 2000 ਰੁਪਏ ਜਿੰਨਾ ਵੀ ਜਾਂਦਾ ਹੈ, ਉਹ ਤੁਸੀਂ ਪੂਰੇ ਸਾਲ ਦਾ ਇੰਟਰਸਟ ਕੈਲਕੂਲੇਟ ਕਰਕੇ ਉਹ ਵੀ ਉਹਦੇ ਵਿੱਚੋਂ ਮਾਈਨਸ ਕਰ ਲੈਂਦੇ ਹੋ। एंटाइल डिडक्शन फॉर लेट आउट प्रॉपर्टी, वो तो दोबारा फेयर पॉइंट लिखता उन्होंने 30% नेट वैल्यू ਦੇ ਵਿੱਚ ਮੇਨਟੇਨੈਂਸ ਦੀ ਔਰ ਇੰਟਰਸਟ ਐਨੀ ਫਰਮ ਬੋਰਡ ਟੂ ਬਿਲਡ, ਕੋਈ ਬਿਲਡਿੰਗ ਬਣਾਉਣ ਲਈ ਜਿਹੜਾ ਤੁਸੀਂ ਉਧਾਰ ਤੇ ਪੈਸਾ ਲਿਆ ਹੈਗਾ ਉਹ ਮਾਈਨਸ ਕਰ ਦੋਗੇ, ਤੁਹਾਡੇ ਕੋਲ ਗ੍ਰੋਸ ਵੈਲਿਊ ਨਿਕਲ ਕੇ ਆ ਜਾਣੀ ਹੈ ਜਿਹਦੇ ਉੱਪਰ ਤੁਸੀਂ ਟੈਕਸ ਪੇ ਕਰਨਾ ਹੋਗਾ। ਦੇਖੋ ਬ੍ਰੈਕਟ ਦੇ ਵਿੱਚ ਅੱਗੇ ਤੁਹਾਨੂੰ ਕੋਲ ਦਿੱਤਾ ਵੀ ਹੋਇਆ, ਇਹਨਾਂ ਨੇ ਕੁਐਸਚਨ ਤਾਂ ਕੋਈ ਕਰਕੇ ਦਿਖਾਇਆ ਨਹੀਂ ਹੈ ਲੇਕਿਨ ਬ੍ਰੈਕਟ 'ਚ ਐਗਜ਼ਾਮਪਲ ਦਿੱਤੀ ਹੋਈ ਹੈ, ਤੁਹਾਨੂੰ ਕੁਐਸਚਨ ਆ ਜਾਏ ਵੀ ਲੈਟ ਆਊਟ ਪ੍ਰॉपर्टी ਤੁਸੀਂ ਕਿੱਦਾਂ ਕੈਲਕੂਲੇਟ ਕਰੋਗੇ। ਆਪ ਸਾਰੇ ਡਿਸੀਜਨ ਲਿਖ ਕੇ ਤੁਸੀਂ ਇੱਕ ਆਪਣੇ ਵੱਲੋਂ ਚਾਰਟ ਜਾਂ ਰੈਡੀ ਕਰ ਦੋਗੇ ਵੀ ਇਸ ਤਰ੍ਹਾਂ ਦੀ ਫਾਈਂਡ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਲਿਖਿਆ ਇਨਕਮ ਫਰਮ ਹਾਊਸ ਪ੍ਰਾਪਰਟੀ ਡਿਟਰਮਾਈਨਡ ਐਜ਼ ਅੰਡਰ, ਸਭ ਤੋਂ ਪਹਿਲਾਂ ਪਾਰਟੀਕੂਲਰਸ ਦੇ ਵਿੱਚ ਹੈਗਾ ਗ੍ਰੋਸ ਐਨੂਅਲ ਵੈਲਿਊ, ਸਾਡੇ ਕੋਲ ਜਿੰਨੀ ਇਹਦੀ ਪ੍ਰਾਪਰਟੀ ਦੀ ਐਨੂਅਲ ਵੈਲਿਊ ਨਿਕਲ ਕੇ ਆ ਜਾਏਗੀ ਅਸੀਂ ਉਹ ਲਿਖ ਦੇਣੀ ਹੈ। ਲੈਸ ਮਲਟੀਪਲ ਟੈਕਸ, ਮਲਟੀਪਲ ਕਰੇ ਮਿਊਨਿਸਿਪਲ ਟੈਕਸ ਜਿੰਨਾ ਤੁਸੀਂ ਪੇ ਕਰਿਆ ਉਹ ਮਾਈਨਸ ਹੋ ਰਿਹਾ, ਲੈਸ ਸਾਡੇ ਕੋਲ ਨੈਟ ਐਨੂਅਲ ਵੈਲਿਊ ਤੋਂ ਉਹਦੇ ਨਾਲ ਹੀ ਨਿਕਲਿਆ ਨਹੀਂ, ਗ੍ਰੋਸ ਦੇ ਵਿੱਚੋਂ ਜੋ ਮਿਊਨਿਸਿਪਲ ਕੱਢਣ ਨੈਟ ਆ ਗਈ। ਉਸ ਤੋਂ ਬਾਅਦ ਅਸੀਂ ਵੈਲਿਊ ਕਰ ਰਹੇ ਹਾਂ ਡਿਡਕਸ਼ਨ ਐਜ਼ ਦੀ ਸੈਕਸ਼ਨ 24, ਮਤਲਬ ਕਿ ਜਿਹੜੀਆਂ ਤੁਹਾਡੀਆਂ ਡਿਡਕਸ਼ਨਸ ਆਉਂਦੀਆਂ ਨੇ, ਇੱਕ ਤਾਂ 30% ਐਨੂਅਲ ਵੈਲਿਊ ਚਾਰजेस, ਅਗਰ ਇੰਟਰਸਟ ਤੁਸੀਂ ਪੇ ਕੀਤਾ ਹੋਇਆ ਉਹ ਵੀ ਤੁਸੀਂ ਮਾਈਨਸ ਕਰ ਦੋਗੇ, ਤੁਹਾਡੇ ਕੋਲ ਨਿਕਲ ਕੇ ਆਣਾ ਇਨਕਮ ਫਰਮ ਹਾਊਸ ਪ੍ਰਾਪਰਟੀ। ਉਹਦੇ ਉੱਪਰ ਜੋ ਟੈਕਸ ਰੇਟ ਚੱਲਦੇ ਹੋਣਗੇ ਉਹ ਤੁਸੀਂ ਪੇ ਕਰਨੇ ਹੁੰਦੇ। ਸਿੰਪਲ ਜਿਹਾ ਹੈ, ਇਹਦੇ ਲਈ ਕੋਈ ਅਲੱਗ ਤੋਂ ਸਾਨੂੰ ਕਰਨ ਦੀ ਲੋੜ ਨਹੀਂ ਹੈ, ਇਹਦਾ ਕੋਈ ਕੁਐਸਚਨ ਇਹਨਾਂ ਨੇ ਕਰਕੇ ਦਿਖਾਇਆ ਨਹੀਂ ਹੈਗਾ। ਫਿਰ ਹੈ ਕੰਪਿਊਟੇਸ਼ਨ ਆਫ ਐਨੂਅਲ ਵੈਲਿਊ ਆਫ ਨੈਟ ਐਨੂਅਲ ਵੈਲਿਊ, ਜਦੋਂ ਤੁਸੀਂ ਕਹਿੰਦਾ ਕਿਸੇ ਵੀ ਆਪਣੀ ਪ੍ਰਾਪਰਟੀ ਦੀ ਐਨੂਅਲ ਵੈਲਿਊ ਜਾਂ ਨੈਟ ਐਨੂਅਲ ਵੈਲਿਊ ਫਾਈਂਡ ਕਰਦੇ ਹੋ ਉਹਦੇ ਲਈ ਤੁਹਾਨੂੰ ਕਿਹੜੇ ਪੁਆਇੰਟ ਦਿਮਾਗ 'ਚ ਰੱਖਣੇ ਪੈਂਦੇ ਨੇ। ਸਭ ਤੋਂ ਪਹਿਲਾਂ ਪੁਆਇੰਟ ਦਿਮਾਗ 'ਚ ਉਦੋਂ ਜਦੋਂ ਤੁਸੀਂ ਫਾਈਂਡ ਕਰਨਾ ਗ੍ਰੋਸ ਐਨੂਅਲ ਵੈਲਿਊ ਨਿਕਲਦੀ ਹੈ। ਗ੍ਰੋਸ ਐਨੂਅਲ ਵੈਲਿਊ ਸਭ ਤੋਂ ਪਹਿਲਾਂ ਦੇਖਾਂਗੇ ਅਸੀਂ ਰੈਂਟ ਪੇਬਲ ਬਾਈ ਦੀ ਟੈਨੈਂਟ, ਕਿੰਨਾ ਕਿਰਾਇਆ ਜਿਹੜਾ ਹੈਗਾ ਟੈਨੈਂਟ ਮਤਲਬ ਕਿ ਕਿਰਾਏਦਾਰ ਨੇ ਤੁਹਾਨੂੰ ਦਿੱਤਾ। ਸਭ ਤੋਂ ਪਹਿਲਾਂ ਤੁਹਾਨੂੰ ਇਹ ਕਲੀਅਰ ਹੋਣਾ ਚਾਹੀਦਾ ਜਦੋਂ ਵੀ ਤੁਹਾਡੇ ਕੋਲ ਕੋਈ ਕੁਐਸਚਨ ਆਉਂਦਾ ਹੈਗਾ ਇਸ ਤਰ੍ਹਾਂ ਦਾ। ਦੂਸਰਾ
म्यूनसिपल वैल्यूएशन की प्रॉपर्टी, म्यूनसिपल वैल्यूएशन की प्रॉपर्टी का मतलब कहते हैं जिन्ना म्यूनसिपल टैक्स तुसी पे कर रहे हो, क्योंकि म्यूनसिपल कॉर्पोरेशन ने भी थोड़ी प्रॉपर्टी दी है वैल्यूएशन करी होंगी है। तुसी उदा ही एग्जाम्पल ले लो, कोई घर वर्गर जिवें आपां खरीदे हैगे आ, जदों रजिस्ट्री करवाने हैगे आ उन्हां दे अपने रेट्स हुंदे ने। ਅਸੀਂ ਚਾਹੇ ਘਰ ਜਿੰਨਾ ਮਰਜ਼ੀ ਮਹਿੰਗਾ ਖਰੀਦਿਆ ਹੋਵੇ 15 ਲੱਖ ਦਾ ਖਰੀਦੇ 20 ਲੱਖ ਦਾ, ਲੇਕਿਨ ਜੋ ਗਵਰਨਮੈਂਟ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਉਸ ਦੇ ਅਕੋਰਡਿੰਗ ਹੀ ਰਜਿਸਟਰੀ ਹੁੰਦੀ ਹੈਗੀ ਨੇ, ਉਸ ਦੇ ਅਕੋਰਡਿੰਗ ਹੀ ਟੈਕਸ ਪੇ ਕਰਿਆ ਜਾਂਦਾ ਹੈ। ਤਾਂ ਮਿਊਨਿਸਪਲ ਵੈਲਿਊਏਸ਼ਨ ਦਾ ਮਤਲਬ ਕੀ ਹੁੰਦਾ, ਜਿਹੜੀ ਮਿਊਨਿਸਪਲ ਦੇ ਅਕੋਰਡਿੰਗ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਹੈਗੀ ਹੈ ਉਹ ਵੀ ਵੈਲਿਊ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈਗੀ ਹੈ। ਫੇਅਰ ਰੈਂਟਲ ਵੈਲਿਊ, ਫੇਅਰ ਰੈਂਟਲ ਵੈਲਿਊ ਮੀਨਸ ਮਾਰਕੀਟ ਦੇ ਵਿੱਚ ਜਿਹੜਾ ਰੈਂਟ ਦਾ ਰੇਟ ਚੱਲ ਰਿਹਾ ਹੈਗਾ ਉਹਨੂੰ ਅਸੀਂ ਫੇਅਰ ਰੈਂਟ ਕਹਾਂਗੇ, ਉਹ ਵੈਲਿਊ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਪਲੱਸ ਸਟੈਂਡਰਡ ਰੈਂਟ ਪੇਏਬਲ ਬਾਈ ਦ ਟੈਨੈਂਟ, ਸਟੈਂਡਰਡ ਰੈਂਟ ਦਾ ਮਤਲਬ ਕੀ ਹੁੰਦਾ, ਜਿਹੜਾ ਇੱਕ ਫਿਕਸ ਰੈਂਟ ਚੱਲ ਰਿਹਾ ਹੁੰਦਾ ਵੀ ਹਰੇਕ ਟੈਨੈਂਟ ਨੂੰ ਦੇਣਾ ਹੀ ਪੈਂਦਾ ਹੈਗਾ। ਹੁਣ ਮਾਰਕੀਟ ਦੇ ਰੇਟ ਚੱਲਦੇ ਜਿਵੇਂ 8000 ਰੁਪਏ ਹਰੇਕ ਟੈਨੈਂਟ ਦਾ ਮੀਨਸ ਇਹ ਤਾਂ ਬਣ ਹੀ ਜਾਂਦਾ ਹੈਗਾ 8000 ਤਾਂ ਹਰੇਕ ਬੰਦਾ ਪੇ ਕਰ ਹੀ ਰਿਹਾ ਹੋਊਗਾ, ਉਸ ਤੋਂ ਜ਼ਿਆਦਾ ਜਿੰਨੇ ਮਰਜ਼ੀ ਪੇ ਕਰ ਰਿਹਾ ਹੁੰਦਾ ਸਟੈਂਡਰਡ ਰੈਂਟ ਅਸੀਂ ਉਹਨੂੰ ਕਹਾਂਗੇ। ਇਹ ਚਾਰੋਂ ਚੀਜ਼ਾਂ ਜਦੋਂ ਤੁਹਾਨੂੰ ਕਹਿੰਦਾ ਕਲੀਅਰ ਹੋਣਗੀਆਂ ਫਿਰ ਤੁਸੀਂ ਕਰਨਾ ਵੀ ਆਪਣੀ ਪ੍ਰਾਪਰਟੀ ਦੀ ਗ੍ਰੋਸ ਐਨੂਅਲ ਵੈਲਿਊ ਫਾਈਂਡ ਕਰ ਸਕਦੇ ਹੋ। ਬ੍ਰੈਕਟ ਦੇ ਵਿੱਚ ਲਿਖਿਆ ਆਇਆ ਤੁਹਾਨੂੰ ਅਗਰ ਕੁਐਸਚਨ ਆਊਗਾ ਨਾ ਪ੍ਰੈਕਟੀਕਲ ਦੇ ਵਿੱਚ, ਇਸੇ ਦੇ ਅਕੋਰਡਿੰਗ ਹੀ ਸੇਲ ਮਤਲਬ ਪ੍ਰੋਪਰ ਸੋਲਵ ਹੋਊਗਾ। ਪਿਛਲੇ ਜਿਹੜਾ ਆਪਾਂ ਚਾਰਟ ਪੜਿਆ ਉਹਦੇ ਵਿੱਚ ਗ੍ਰੋਸ ਉਹ ਤਾਂ ਇੱਕ ਸਿੰਪਲ ਜਿਹਾ ਹੁਣ ਆ ਕੰਡੀਸ਼ਨ ਪਹਿਲਾਂ ਸਮਝ ਲਓ, ਕਿਉਂਕਿ ਅੱਗੇ ਜਿਹੜਾ ਕੁਐਸਚਨ ਆਣਾ ਉਸ ਦੇ ਬੇਸ ਤੇ ਆਪਾਂ ਇੱਕ ਪ੍ਰੈਕਟੀਕਲ ਵੀ ਦੇਖ ਲਾਂਗੇ। ਜਦੋਂ ਵੀ ਤੁਸੀਂ ਗ੍ਰੋਸ ਐਨੂਅਲ ਵੈਲਿਊ ਫਾਈਂਡ ਕਰਨੀ ਤਾਂ ਪਹਿਲਾਂ ਤਿੰਨ ਚੀਜ਼ਾਂ ਕਹਿੰਦੇ ਦਿਮਾਗ 'ਚ ਰੱਖਣੀਆਂ ਹੋਣਗੀਆਂ। ਸਭ ਤੋਂ ਪਹਿਲਾਂ ਆਪਣੀ ਪ੍ਰਾਪਰਟੀ ਦੀ ਐਕਸਪੈਕਟਿਡ ਰੈਂਟ ਜਾਂ ਫਿਰ ਤੁਹਾਡਾ ਐਕਚੁਅਲ ਰੈਂਟ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਐਕਚੁਅਲ ਰੈਂਟ ਮੀਨ ਜਿੰਨਾ ਤੁਹਾਨੂੰ ਰੈਂਟ ਰਿਸੀਵ ਹੋਇਆ, ਐਕਸਪੈਕਟਿਡ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਐਕਚੁਅਲ ਕਿੰਨਾ ਹੈ, ਅਸੀਂ ਆਪਾਂ ਪਹਿਲਾਂ ਅੰਦਾਜ਼ਾ ਲਗਾਇਆ ਹੁੰਦਾ ਵੀ ਸਾਨੂੰ ਇੰਨਾ ਰੈਂਟ ਪੂਰੇ ਸਾਲ ਦੇ ਵਿੱਚ ਮਿਲਣਾ ਹੀ ਹੈਗਾ। सेकंड एक्सपेक्टेड रेंट, अगर कहना हायर ऑफ म्यूनसिपल वैल्यू और फेयर रेंट बट सब्जेक्ट टू द स्टैंडर्ड रेंट। एक्सपेक्टेड रेंट ਅਸੀਂ कहना ਤਾਂ ਲਵਾਂਗੇ ਅਗਰ ਸਾਡੀ म्यूनसिपल वैल्यू ਜਾਂ ਫਿਰ फेयर रेंट ਦੀ ਵੈਲਿਊ ਸਟੈਂਡਰਡ ਰੈਂਟ ਤੋਂ ਜ਼ਿਆਦਾ ਹੈ ਤਾਂ ਅਸੀਂ एक्सपेक्टेड रेंट ਦੀ ਵੈਲਿਊ ਲੈ ਲਾਂਗੇ। ਫਿਕਸ ਤੋਂ ਜ਼ਿਆਦਾ ਹੈ ਮਤਲਬ ਜਿਹੜਾ ਸਾਡੇ ਕੋਲ ਸਟੈਂਡਰਡ ਰੈਂਟ ਹੈ ਉਹਦੀ ਵੈਲਿਊ म्यूनसिपल ਜਾਂ ਫਿਰ फेयर रेंट ਤੋਂ ਜ਼ਿਆਦਾ ਹੈ ਫਿਰ ਅਸੀਂ ਕੀ ਲੈ ਲਾਂਗੇ एक्सपेक्टेड रेंट, अदरवाइज ਅਸੀਂ ਸਟੈਂਡਰਡ ਤੇ ਚੱਲਦੇ ਹਾਂ। ਉਸ ਤੋਂ ਬਾਅਦ ਹੈਗਾ ਐਕਚੁਅਲ ਰੈਂਟ। ਐਕਚੁਅਲ ਰੈਂਟ ਕੀ ਹੁੰਦਾ, ਜਿੰਨਾ ਰੈਂਟ ਤੁਹਾਨੂੰ ਪੂਰੇ ਸਾਲ 'ਚ ਰਿਸੀਵ ਹੋਇਆ, ਜਿੰਨੇ ਸਾਲ ਦੀ ਤੁਸੀਂ ਮੀਨਸ ਪ੍ਰਾਪਰਟੀ ਬਾਹਰ ਦਿੱਤੀ ਹੈ ਮਾਈਨਸ ਅਨਰਿਲਾਈਜ਼ਡ। ਕਈ ਵਾਰ ਇਦਾਂ ਹੁੰਦਾ ਵੀ ਅਸੀਂ 1 ਸਾਲ ਲਈ ਪ੍ਰਾਪਰਟੀ ਬਾਹਰ ਦਿੱਤੀ, ਮੈਨੂੰ ਕਿਰਾਇਆ ਸਿਰਫ 9 ਮਹੀਨੇ ਮਿਲਿਆ, 3 ਮਹੀਨੇ ਮਿਲਿਆ ਨਹੀਂ, 3 ਮਹੀਨੇ ਜਿਹੜਾ ਕਿਰਾਇਆ ਹੋਊਗਾ ਉਹ ਹੋ ਜਾਊਗਾ ਅਨਰੀਅਲਾਈਜ਼ਡ ਅਕਾਊਂਟ। ਅਨਰੀਅਲਾਈਜ਼ਡ ਮੀਨਸ 3 ਮਹੀਨੇ ਜਿਹੜਾ ਸਾਨੂੰ ਪੈਸਾ ਨਹੀਂ ਮਿਲਿਆ ਹੁੰਦਾ। ਐਗਜ਼ਾਮਪਲ 1000 ਰੁਪਏ ਪਰ ਮਹੀਨੇ ਤੁਸੀਂ ਪ੍ਰਾਪਰਟੀ ਬਾਹਰ ਦਿੱਤੀ ਆ, ਪੂਰੇ ਸਾਲ ਦਾ ਕਿਰਾਇਆ ਸਾਡਾ 12000 ਮਿਲਦਾ, ਲੇਕਿਨ ਸਾਨੂੰ ਰਿਲਾਈਜ਼ ਕਿੰਨਾ ਹੋਇਆ 9000, ਕਿਉਂਕਿ 9 ਮਹੀਨੇ ਦੀ ਪ੍ਰਾਪਰਟੀ ਕਿਰਾਇਆ ਮਿਲਿਆ। 3 ਮਹੀਨਾ ਕਿਰਾਇਆ ਸੀ ਕਿਤੇ ਚ ਪਾ ਦਾਂਗੇ ਅਨਰਿਲਾਈਜ਼ ਦੇ ਵਿੱਚ, ਵੀ ਉਹ ਮਾਈਨਸ ਹੋ ਜਾਂਦਾ ਤੁਹਾਡੇ ਕਿਰਾਏ ਦੇ ਵਿੱਚੋਂ। ਠੀਕ ਹੈ। ਸਟੈਪ 2 ਦੇ ਵਿੱਚ ਤੁਸੀਂ ਆਨਸਰ ਜਦੋਂ ਗ੍ਰੋਸ ਵੈਲਿਊ ਫਾਈਂਡ ਕਰਨੀ ਹੈ ਉਹ ਕਿਸ ਤਰ੍ਹਾਂ ਫਾਈਂਡ ਕਰਨੀ ਹੈ। ਇਫ ਐਕਚੁਅਲ ਰੈਂਟ ਇਜ਼ ਮੋਰ ਦੈਨ ਐਕਸਪੈਕਟਿਡ ਰੈਂਟ ਦੈਨ ਐਕਚੁਅਲ, ਅਗਰ ਤੁਹਾਡਾ ਐਕਚੁਅਲ ਰੈਂਟ ਐਕਸਪੈਕਟਿਡ ਰੈਂਟ ਤੋਂ ਜ਼ਿਆਦਾ ਹੈ ਤਾਂ ਤੁਸੀਂ ਐਕਚੁਅਲ ਰੈਂਟ ਨੂੰ ਹੀ ਆਪਣੀ ਗ੍ਰੋਸ ਵੈਲਿਊ ਲੈ ਲਓਗੇ। ਅਗਰ ਐਕਚੁਅਲ ਰੈਂਟ ਘੱਟ ਹੈ ਐਕਸਪੈਕਟਿਡ ਤੋਂ ਤਾਂ ਫਿਰ ਐਕਸਪੈਕਟਿਡ ਨੂੰ ਅਸੀਂ ਗ੍ਰੋਸ ਵੈਲਿਊ ਦੇ ਵਿੱਚ ਲੈ ਲਾਂਗੇ। ਇਹਦੇ ਨਾਲ ਦਾ ਕੁਐਸਚਨ ਇੱਕ ਅੱਗੇ ਕਰਦੇ ਹਾਂ, ਦੇਖੋ ਤਾਂ ਕਲੀਅਰ ਹੋ ਜਾਊਗਾ। ਕੁਐਸਚਨ ਤੁਹਾਡੇ ਕੋਲ ਹੈਗਾ ਹਾਂ ਜੀ ਪੇਜ ਨੰਬਰ 231 ਦੀ। ਉਹ ਪ੍ਰॉपर्टी ਦਾ ਤੁਹਾਨੂੰ ਅਮਾਉਂਟ ਕਲੀਅਰ ਹੋਊਗੀ, ਮੀਨਸ ਤੁਹਾਡੀ ਐਕਸਪੈਕਟਿਡ ਜ਼ਿਆਦਾ ਹੋਊਗੀ ਤਾਂ ਐਕਸਪੈਕਟਿਡ ਟੈਕਸ ਲੱਗਣਾ ਹੈ, ਗਵਰਨਮੈਂਟ ਦਾ ਫਿਕਸ ਹੈ ਮੰਨ ਲਈ ਜਿਹੜਾ ਤੁਹਾਡਾ ਟੈਕਸ ਲੱਗਣਾ ਹੈਗਾ। ਦੂਸਰਾ ਜਿਹੜਾ ਕੁਐਸਚਨ ਹੈਗਾ ਉਹ ਕਹਿੰਦਾ ਹੈਗਾ ਵੀ ਤੁਹਾਡੀ ਇਹਦੇ ਵਿੱਚ ਵੈਕੈਂਸੀ ਨਾਲ ਹੋਏਗੀ, ਵੈਕੈਂਸੀ ਸੌਰੀ ਨੋ ਵੈਕੈਂਸੀ ਬਟ देयर इज अनरिलाइज्ड अकाउंट। अनरिलाइज्ड मींस ਤੁਸੀਂ ਪੂਰੇ ਸਾਲ ਲਈ ਪ੍ਰਾਪਰਟੀ ਕਿਰਾਏ ਤੇ ਦਿੱਤੀ ਲੇਕਿਨ 2-3 ਮਹੀਨੇ ਕਿਸੇ ਨੇ ਵਰਤੀ ਨਹੀਂ ਤਾਂ ਤੁਹਾਨੂੰ ਕਿਰਾਇਆ ਨਹੀਂ ਮਿਲੇਗਾ। ਇਹਨਾਂ ਨੇ ਕੰਡੀਸ਼ਨ ਦੇਖੋ ਕੀ ਲਿਖੀ ਹੈ, A owns 2 ਹਾਊਸ, ਮਤਲਬ ਇੱਕ A ਪਰਸਨ ਹੈ ਉਹਨੇ 2 ਘਰ ਲਏ ਹੈਗੇ ਨੇ। ਮੈਂ 2 ਘਰ ਲਿਖ ਲੈਣਾ, ਫਸਟ ਇੱਥੇ ਸਾਈਡ ਤੇ ਲਿਖ ਲੈਣਾ, ਫਸਟ 2 ਘਰ ਲਿਖ ਲੈਣਾ। A ਦਾ ਆਪਾਂ ਡਾਟਾ ਫਾਈਂਡ ਕਰ ਰਹੇ ਹਾਂ। ਠੀਕ ਹੈ, 2 ਘਰ ਨੇ ਕਹਿੰਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਐਕਸਪੈਕਟਿਡ ਰੈਂਟ ਹਾਊਸ 1 ਇਜ਼ 65000। ਜਿਹੜਾ ਹਾਊਸ 1 ਹੈ ਇਹਦਾ ਐਕਸਪੈਕਟਿਡ ਰੈਂਟ 65000 ਰੁਪਏ। ਠੀਕ ਹੈ ਜੀ। This house was let out for the 7500 per month, but the rent for month of February and March 2013 could not be realized। 7500 रुपए पर मंथ ਦੇ ਅਕੋਰਡਿੰਗ ਇਹ ਕਿਰਾਏ ਤੇ ਦਿੱਤਾ ਗਿਆ। ਅਨਰਿਲਾਈਜ਼ਡ ਰੈਂਟ ਕਿਹੜਾ ਹੋ ਗਿਆ 2 ਮਹੀਨੇ ਦਾ, ਫਰਵਰੀ ਔਰ ਮਾਰਚ। ਅਸੀਂ ਕੀ ਲਿਖਾਂਗੇ ਜਿਹੜਾ ਸਾਨੂੰ ਐਕਚੁਅਲ ਰੈਂਟ ਰਿਸੀਵ ਹੋਇਆ ਇਸ ਦਾ, ਔਰ ਇੱਥੇ ਲਿਖ ਦੂੰਗਾ ਮੈਂ ਅਨਰੀਅਲਾਈਜ਼ਡ ਰੈਂਟ। ਇਹਦਾ ਐਕਚੁਅਲ ਰੈਂਟ ਕਿੰਨਾ ਆ ਰਿਹਾ 7500 ਰੁਪਇਆ
ਪਰ ਮੰਥ ਦੇ ਅਕੋਰਡਿੰਗ ਦਿੱਤਾ ਗਿਆ। ਪੂਰੇ ਸਾਲ ਦਾ ਕਿਰਾਇਆ 7500 ਨੂੰ 12 ਨਾਲ ਮਲਟੀਪਲਾਈ ਜਿੰਨੇ ਅਮਾਉਂਟ ਬਣੇਗੀ ਉਹ, ਲੇਕਿਨ ਅਸੀਂ 2 ਮਹੀਨੇ ਸਾਨੂੰ ਕਿਰਾਇਆ ਮਿਲਿਆ ਨਹੀਂ ਹੈਗਾ, ਅਸੀਂ ਮਾਈਨਸ ਕਰ ਦਾਂਗੇ। 7500 ਨੂੰ 10 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੀ ਅਮਾਉਂਟ ਕਿੰਨੀ ਆ ਜਾਂਦੀ? ਹਾਂਜੀ ਪਹਿਲਾਂ ਟੋਟਲ ਪੂਰੇ ਸਾਲ ਦਾ ਹੀ ਲਿਖ ਲਓ, ਫਿਰ ਬਾਅਦ ਚ ਕੱਟ ਮਾਈਨਸ ਕਰ ਲਿਓ। 7500 ਨੂੰ 12 ਨਾਲ ਕਰਦੇ ਆ, ਬੋਲੋ ਫਟਾਫਟ ਦੇਖੋ। 75 ਦਾ 10 ਨਾਲ ਮਲਟੀਪਲਾਈ ਕੀਤਾ 75000 ਹੋ ਗਿਆ। ਅੱਗੇ 15000 ਐਡ ਕਰ ਲਓ 2 ਮਹੀਨੇ ਦਾ। ਪੂਰੇ ਸਾਲ ਦਾ ਕਿਰਾਇਆ ਕਿੰਨਾ ਬਣ ਜਾਂਦਾ ਹੈ? 90000 ਰੁਪਏ। ਅਨਰਿਲਾਈਜ਼ਡ ਰੈਂਟ ਕਿੰਨਾ ਹੈ? 2 ਮਹੀਨੇ ਦਾ ਲਿਖਿਆ ਸੀਗਾ 75 ਗੁਣਾ 2 15,000। ਇਹ ਇੱਥੇ ਮੈंने ਇੱਥੇ ਲਿਖਤਾ। ਓਕੇ ਜੀ। ਦੂਸਰੀ ਅੱਗੇ ਦੇਖਦਾ ਕੀ ਕਹਿੰਦਾ ਉਹ। ਉਸ ਤੋਂ ਬਾਅਦ ਦੀ ਐਕਸਪੈਕਟਡ ਰੈਂਟ ਆਫ ਅਨਦਰ ਹਾਊਸ ਇਜ਼ 1,50,000। ਅਗਲੇ ਮਕਾਨ ਦੀ ਜਿਹੜੀ ਐਕਸਪੈਕਟਡ ਅਮਾਉਂਟ ਹੈ ਉਹ ਕਿੰਨੀ ਹੈ? 1,50,000। ਇਹ ਵਾਲੀ ਅਮਾਉਂਟ ਮੈਂ ਇੱਥੇ ਲਿਖ ਦੇ ਰਿਹਾ। ਉਸ ਤੋਂ ਬਾਅਦ ਇਹ ਲਿਖਦਾ ਹੈਗਾ this house was let out for the 12,000 per month but the rent of last 3 months could not be realized। ਪੂਰੇ ਸਾਲ ਲਈ 12,000 ਰੁਪਏ ਪਰ ਮੰਥ ਦੇ ਅਕੋਰਡਿੰਗ ਕਿਰਾਇਆ ਦਿੱਤਾ ਗਿਆ। 12 ਹੋ ਜਾਂਦਾ 144। 1,44,000 ਰੁਪਏ ਐਕਚੁਅਲ ਰੈਂਟ ਹੋ ਗਿਆ। ਮਾਈਨਸ ਅਸੀਂ ਕਰਾਂਗੇ ਅਨਰਿਲਾਈਜ਼। ਕਿੰਨੇ ਮਹੀਨੇ ਦਾ ਕਿਰਾਇਆ ਨਹੀਂ ਮਿਲਿਆ? 3 ਮਹੀਨੇ ਦਾ। 12 ਦੀ ਹੈ 36। नेक्स्ट ये कह रहेगा इन बोथ केसेस मिस्टर ए फुलफिल द कंडीशन ऑफ रूल 4 यू कैन रिक्वायर टू कंप्यूट द ग्रोस एनुअल वैल्यू बोथ द हाउसेस। दोनों हाउस ਦੀਆਂ ਸਾਨੂੰ ਕਹਿੰਦਾ ਕੀ ਚਾਹੀਦੀਆਂ ਨੇ? ਗ੍ਰੋਸ ਵੈਲਿਊ ਫਾਈਂਡ ਕਰਨੀ ਹੈ। ਅਸੀਂ ਕਿਸ ਤਰ੍ਹਾਂ ਫਾਈਂਡ ਕਰਾਂਗੇ? ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਜਿਹੜਾ ਮੈਨੂੰ ਐਕਚੁਅਲ ਰੈਂਟ ਰਿਸੀਵ ਹੋ ਰਿਹਾ ਮੈਂ ਉਹ ਦੇਖ ਲੈਣਾ। ਐਕਚੁਅਲ ਵੈਲਿਊ ਰੈਂਟ ਰਿਸੀਵਡ, ਇਹਨਾਂ ਦੋਨਾਂ ਨੂੰ ਮਾਈਨਸ ਕਰਕੇ ਮੇਰੇ ਕੋਲ ਆ ਜਾਂਦਾ ਹੈ 75,000। ਠੀਕ ਹੈ ਕਲੀਅਰ ਹੋ ਗਿਆ। ਇਹਦੇ ਵਿੱਚੋਂ ਇਹਨੂੰ ਮਾਈਨਸ ਕਰ ਦੇਣਾ ਕਿੰਨੀ ਆ ਜਾਂਦੀ ਹੈ? 1,12,000। ਇਹ ਮੈਂ ਇੱਥੇ ਐਕਚੁਅਲ ਅਮਾਉਂਟ ਰੈਂਟ ਦੀ ਰਿਸੀਵ ਲਿਖ ਰਿਹਾ। ਹੁਣ ਜਦੋਂ ਮੈंने ਅਮਾਉਂਟ ਵੈਲਿਊ ਲਗਾਣੀ ਹੈ ਮੀਨਸ ਸਭ ਤੋਂ ਪਹਿਲਾਂ ਗ੍ਰੋਸ ਵੈਲਿਊ ਆਫ ਹਾਊਸ 1 ਉਹ ਮੈਂ ਕਿਹੜੀ ਅਮਾਉਂਟ ਲਵਾਂਗਾ? ਸਾਡੀ ਕੰਡੀਸ਼ਨ ਪੜੀਆਂ ਸੀਗੀਆਂ ਅਗਰ ਸਾਡੀ ਐਕਚੁਅਲ ਰੈਂਟ ਦੀ ਅਮਾਉਂਟ ਐਕਸਪੈਕਟਡ ਤੋਂ ਜ਼ਿਆਦਾ ਹੋਗੀ ਤਾਂ ਅਸੀਂ ਐਕਚੁਅਲ ਦੇ ਉੱਪਰ ਟੈਕਸ ਲਗਾਵਾਂਗੇ। ਅਗਰ ਐਕਚੁਅਲ ਘੱਟ ਹੈ ਐਕਸਪੈਕਟਡ ਜ਼ਿਆਦਾ ਤਾਂ ਐਕਸਪੈਕਟਡ। ਹੁਣ ਅਸੀਂ ਸਾਡੇ ਕੋਲ ਐਕਚੁਅਲ 75,000 ਪੂਰੇ ਸਾਲ ਦੇ ਵਿੱਚ ਸਾਨੂੰ ਰਿਸੀਵ ਹੋ ਰਿਹਾ ਹੈ, ਐਕਸਪੈਕਟਡ ਸਾਡੀ 65 ਹੈ ਤਾਂ ਮੇਰੇ ਹਾਊਸ ਪ੍ਰਾਪਰਟੀ ਫਸਟ ਲਈ ਕਿਹੜੀ ਆ ਜਾਏਗੀ? 75,000। ਮਤਲਬ ਗ੍ਰੋਸ ਐਨੂਅਲ ਵੈਲਿਊ ਫਸਟ ਲਈ ਮੈਂ 75,000 ਲਵਾਂਗਾ। ਸੇਮ ਗ੍ਰੋਸ ਵੈਲਿਊ ਆਫ ਸੈਕੰਡ ਹਾਊਸ ਕਿਹਦੇ ਉੱਪਰ ਗ੍ਰੋਸ ਲਵਾਂਗੇ? ਇਹਦਾ ਐਕਚੁਅਲ 1,12 ਐਕਸਪੈਕਟਡ ਹੈ 1,50,000 ਤਾਂ ਮੈਂ ਇੱਥੇ ਆਨਸਰ ਲਗਾ ਦੂੰਗਾ 1,50,000। ਇਹ ਸਾਡਾ ਆਨਸਰ ਹੋ ਗਿਆ। ਸਿੰਪਲ ਜੀ ਕੰਡੀਸ਼ਨ ਇਹਨੂੰ ਤਾਂ ਈਜ਼ੀਲੀ ਬੇਸ ਨਾਲ ਤੁਸੀਂ ਕੈਲਕੂਲੇਟ ਕਰਕੇ ਦੇਖ ਲਓਗੇ। ਕੋਈ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਲਓ। 235 ਦੀ ਕੁਐਸਚਨ ਦਿੱਤਾ ਹੈ ਰਵੀ ਓਨ ਏ ਹਾਊਸ ਵਿਚ ਯੂਜ਼ ਫॉर ਰੈਜ਼ੀਡੈਂਸ਼ੀਅਲ ਪਰਪਸ ਥਰੂ ਆਊਟ ਦੀ ਪ੍ਰੀਵੀਅਸ ਈਅਰ 2012-13। ਰਵੀ ਇੱਕ ਕਹਿੰਦਾ ਕਿਰਾਇਆ ਮਿਲੀ ਹਾਊਸ ਲੈਂਦਾ ਹੈਗਾ, ਉਹਨੂੰ 2012-13 ਦੇ ਵਿੱਚ ਆਪਣੇ ਰਹਿਣ ਲਈ ਪਰਪਸ ਲਈ ਯੂਜ਼ ਕਰਦਾ। ਅਸੀਂ ਉਹਦੇ ਟੈਕਸ ਵੈਲਿਊ ਫਾਈਂਡ ਕਰਨੀ ਹੈਗੀ। ਮਿਊਨਿਸਪਲ ਵੈਲਿਊ ਜਿਹੜੀ ਹੈਗੀ ਹੈ ਕਿੰਨੀ ਹੈ? 2,40,000। ਫੇਅਰ ਰੈਂਟ ਹੈਗਾ 3 ਲੱਖ ਰੁਪਏ। ਕੰਪਿਊਟ ਦੀ ਇਨਕਮ ਫਰਮ ਹਾਊਸ ਪ੍ਰਾਪਰਟੀ ਅਜ਼ੂਮਿੰਗ ਦੀ ਫੋਲੋਇੰਗ ਐਕਸਪੈਂਸਿਵ ਇਨਕਰਡ ਬਾਈ ਹਿਮ। ਕੁਝ ਖਰਚੇ ਕਹਿੰਦਾ ਉਹਨਾਂ ਨੇ ਕੀਤੇ ਹੈਗੇ ਨੇ, ਇਹ ਚੀਜ਼ਾਂ ਵੀ ਤੁਸੀਂ ਮਾਈਂਡ 'ਚ ਰੱਖ ਲਓ। ਮਿਊਨਿਸਪਲ ਟੈਕਸ ਪੇ ਕੀਤਾ 15,000 ਰੁਪਏ, ਰਿਪੇਅਰ ਤੇ ਲੱਗੇ ਉਹਦੇ 12,000 ਰੁਪਏ, ਡੈਪਰੀਸ਼ੀਏਸ਼ਨ ਹੋਈ ਹੈ 10,000 ਰੁਪਏ ਦੀ, ਇੰਟਰਸਟ ਔਨ ਬੋਰੋਡ ਕੈਪੀਟਲ ਹੈਗਾ 2 ਲੱਖ ਰੁਪਏ ਦਾ। ਹਾਊਸ ਵਾਸ ਪਰਚੇਜ਼ ਔਨ 1/5/2001। ਹਾਊਸ ਜਦੋਂ ਖਰੀਦਿਆ ਗਿਆ ਉਹ ਕਿਹੜੀ ਤਰੀਕ ਸੀ? 1 ਮਈ 2001 ਨੂੰ। ਹੁਣ ਸੋਲੂਸ਼ਨ ਤੇ ਗੱਲ ਕਰਦੇ ਹਾਂ। ਸਾਡੀ ਇਨਕਮ ਫਰਮ ਹਾਊਸ ਪ੍ਰਾਪਰਟੀ ਅਸੀਂ ਦੇਖਦੇ ਹਾਂ। ਸਭ ਤੋਂ ਪਹਿਲਾਂ ਨੈਟ ਐਨੂਅਲ ਵੈਲਿਊ ਕਿੰਨੀ ਹੈ? ਇਹਦੀ ਅਸੀਂ ਮੰਨ ਕੇ ਚੱਲੀਏ ਵੀ ਕਿੰਨੀ ਹੈਗੀ, ਕਿੰਨੀ ਹੈ ਸਾਡੀ ਪ੍ਰਾਪਰਟੀ ਦੀ ਨੈਟ ਐਨੂਅਲ ਵੈਲਿਊ। ਕੁਐਸਚਨ ਤੁਹਾਨੂੰ ਦਿੱਤਾ ਜਿਹੜਾ ਗਿਆ ਹੈ ਸਰ ਨੈਟ ਤਾਂ ਕੱਢਣੀ ਵਾਲੇ ਕੱਢਾਂਗੇ ਨੈਟ। ਸਾਨੂੰ ਕਿਤੇ ਵੀ ਕੁਐਸਚਨ ਦੇ ਉਹਨਾਂ ਨੇ ਲਿਖਤਾ ਵੀ ਤੁਹਾਡੀ ਮਿਊਨਿਸਪਲ ਵੈਲਿਊ ਹੈ, ਉਹਦਾ ਫੇਅਰ ਰੈਂਟ ਹੈ, ਲੇਕਿਨ ਸਾਨੂੰ ਕਿਤੇ ਵੀ ਦੱਸਿਆ ਨਹੀਂ ਹੈਗਾ ਸਾਡੀ ਬਿਲਡਿੰਗ ਦੀ ਐਨੂਅਲ ਵੈਲਿਊ ਕਿੰਨੀ ਹੈ। ਕੁਐਸਚਨ ਦੇ ਵਿੱਚ ਅਸੀਂ ਕਿਤੇ ਵੀ ਲਿਖਿਆ ਨਹੀਂ ਹੈਗਾ ਤਾਂ ਅਸੀਂ ਐਨੂਅਲ ਵੈਲਿਊ ਦੇਖੋ ਅੱਗੇ ਸਵਾਲ ਦੇ ਵਿੱਚ ਲਿਖਿਆ ਹੋਇਆ ਐਨੂਅਲ ਵੈਲਿਊ ਕੀ ਹੈ? ਨੀਲ। ਤੁਹਾਡੇ ਉਹ ਕਹਿੰਦਾ ਵੀ ਤੁਸੀਂ ਇੰਟਰਸਟ ਪੇ ਕਰ ਰਹੇ ਹੈਗੇ ਹੋ ਬੋਰੋਡ ਕੈਪੀਟਲ ਦੇ ਵਿੱਚ। ਬੋਰੋਡ ਕੈਪੀਟਲ ਦੇ ਇੰਟਰਸਟ ਅਸੀਂ ਕਿੰਨਾ 1.5 ਲੱਖ ਪੇ ਕਰ ਰਹੇ ਹਾਂ। ਲਿਖੇ ਸੀ ਉਹਨਾਂ ਨੇ ਇੰਟਰਸਟ ਔਨ ਬੋਰੋਡ ਕੈਪੀਟਲ 1.5 ਲੱਖ ਰੁਪਏ। ਅਸੀਂ ਅਗਲੇ ਪੇਜ ਦੇਖੋ ਇਹਨਾਂ ਲਿਖਿਆ ਲੋਨ ਟੇਕਨ ਔਨ 1/1/2000 ਨੂੰ
2 ਲੱਖ रुपए था, लेकिन 1.5 लाख रुपए कितने ने दिता नहीं। नहीं ये तो गलत। 1.5 लाख रुपए तुसी माइनस कर रहे हो, सानू प्रॉपर्टी के उपर इनकम तो कोई हुई नहीं क्योंकि एनुअल वैल्यू कोई है नहीं, तो साडा लॉस निकल के आ रहा है उत्थे। कितने मिलते हैं? 235 है। इनकम फ्रॉम द हेड बिजनेस एंड प्रोफेशन। हो गया कंप्लीट? है ही नहीं इसमें और कुछ। सब तो पहले गल करते हैं मीनिंग ऑफ बिजनेस। बिजनेस का मीनिंग की हुंदा है? बिजनेस ਨੂੰ ਦੀ ਗੱਲ ਕੀ ਚੱਲੀ, ਕਿਸੇ ਪ੍ਰਕਾਰ ਦੀ ਅਕੋਰਡਿੰਗ ਟੂ ਡੈਫੀਨੇਸ਼ਨ ਬਿਜ਼ਨਸ ਇਨਕਲੂਡਸ ਐਨੀ ਟ੍ਰੇਡ, ਕਮਰਸ ਔਰ ਮੈਨੂਫੈਕਚਰਸ, ਐਨੀ ਐਡਵੈਂਚਰਸ ਔਰ ਕੰਸਰਨ ਦੀ ਨੇਚਰ ਆਫ ਟ੍ਰੇਡ, ਕਮਰਸ ਔਰ ਮੈਨੂਫੈਕਚਰ। ਜਦੋਂ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਮੈਨੂਫੈਕਚਰਿੰਗ ਕਰ ਰਹੇ ਹੋ ਜਾਂ ਫਿਰ ਟ੍ਰੇਡਿੰਗ ਕਰ ਰਹੇ ਹੋ ਜਾਂ ਫਿਰ ਕੋਈ ਕਮਰਸ ਦਾ ਬਿਜ਼ਨਸ ਕਰ ਰਹੇ ਹੋ, ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਕਹਿੰਦਾ ਬਿਜ਼ਨਸ ਲਈ ਜਾਣਗੀਆਂ ਜਦੋਂ ਤੁਸੀਂ ਇਹਨਾਂ ਤੋਂ ਇਨਕਮ ਜਨਰੇਟ ਕਰਦੇ ਹੈਗੇ। ਕਿਸੇ ਵੀ ਪ੍ਰਕਾਰ ਦੀ ਕੋਈ ਸਰਵਿਸਿਜ਼ ਕਰ ਰਹੇ ਹੋ, ਕੋਈ ਬਿਜ਼ਨਸ ਕਰ ਰਹੇ ਹੋ, ਕਿਸੇ ਵੀ ਪ੍ਰਕਾਰ ਦਾ ਕੋਈ ਬਿਜ਼ਨਸ ਹੋਊਗਾ, ਮਤਲਬ ਜਦੋਂ ਤੁਸੀਂ ਕੋਈ ਐਕਟੀਵਿਟੀ ਕਿਸੇ ਪ੍ਰੋਫਿਟ ਲਈ ਕਰਦੇ ਹੋ ਤਾਂ ਉਹ ਤੁਹਾਡਾ ਕੀ ਮੰਨਿਆ ਜਾਂਦਾ ਹੈਗਾ, ਬਿਜ਼ਨਸ ਹੀ ਮੰਨਿਆ ਜਾਂਦਾ ਹੈ। ਗਵਰਨਮੈਂਟ ਦੇ ਅਕੋਰਡਿੰਗ ਫਿਰ ਤੁਹਾਨੂੰ ਉਹਦੇ ਉੱਪਰ ਟੈਕਸ ਜੋ ਹੈ ਪੇ ਕਰਨਾ ਹੀ ਪੈਂਦਾ ਹੈਗਾ। ਬਿਜ਼ਨਸ ਦੇ ਉੱਪਰ ਸਾਡਾ ਸਿੰਪਲ ਜਿਹਾ ਇੱਕ ਫੰਡਾ ਰੱਖਿਆ ਹੈ ਗਵਰਨਮੈਂਟ ਨੇ ਵੀ 30% ਤੁਹਾਡਾ ਟੈਕਸ ਸੈਟਅਪ ਕਰੇ ਹੀ ਹੋਏ। ਅਗਰ ਇਨਕਮ 1 ਕਰੋੜ ਤੋਂ ਜ਼ਿਆਦਾ ਆ ਜਾ ਰਹੀ ਤਾਂ ਫਿਰ ਅੱਗੇ ਉਹ ਨਾਲ ਸਰਚਾਰਜ ਵੀ ਲੈਂਦੇ ਹੈਗੇ ਨੇ। ਠੀਕ ਹੈ ਜੀ। ਨਾਲ ਇਸ ਤੋਂ ਬਾਅਦ ਲਿਖਿਆ ਹੈਗਾ ਬਿਜ਼ਨਸ ਤੋਂ ਬਾਅਦ ਪ੍ਰੋਫੈਸ਼ਨ। ਪ੍ਰੋਫੈਸ਼ਨ ਕੀ ਹੁੰਦਾ ਜੀ? ਬਿਜ਼ਨਸ ਸਿੰਪਲ ਹੋ ਗਿਆ ਕੰਮ। ਪ੍ਰੋਫੈਸ਼ਨ ਕੋਈ ਡਿਗਰੀ ਹੁੰਦੀ ਹੈ ਜਿਹਦੇ ਥਰੂ ਆਪਾਂ ਪੈਸੇ ਕਮਾਉਂਦੇ ਹਾਂ। कितना बिजनेस हो गया, कहना कोई मैन्युफैक्चरिंग कुछ भी हो गया। प्रोफेशन की हो गया, प्रोफेशन का मतलब होता था कितना है, फिर इन्हें किवें डिफाइन करूंगा? एक्टिविटी नहीं। एंड लिखे भी प्रोफेशन हैज बीन डिफाइंड एक्ट टू इंक्लूड एनी वोकेशंस। इन केस ऑफ ए प्रोफेशन definition is the act is very inadequate since it does not clearly specify what activity constitute profession, what activities do not। कहना प्रोफेशन दे विच ਅਸੀਂ ਕਲੀਅਰ ਨਹੀਂ ਕਰ ਪਾ ਰਹੇ ਹੈਗੇ ਵੀ ਕਿਹੜੀ ਚੀਜ਼ ਹੈਗੀ ਹੈ ਵੀ ਜਿਹਨੂੰ ਅਸੀਂ ਪ੍ਰੋਫੈਸ਼ਨ ਮੰਨ ਲਈਏ, ਕਿਹੜੀ ਚੀਜ਼ ਹੈ ਪ੍ਰੋਫੈਸ਼ਨ ਜਿਹਨੂੰ ਨਾ ਮੰਨ ਲਈਏ, ਕਿਉਂਕਿ ਪ੍ਰੋਫੈਸ਼ਨ ਵੀ ਇੱਕ ਤਰ੍ਹਾਂ ਦਾ ਕੰਮ ਹੀ ਹੋ ਗਿਆ ਨਾ, ਬਿਜ਼ਨਸ ਹੀ ਹੋ ਗਿਆ। ਜਿਹੜੇ ਬੰਦੇ ਨੇ ਕੋਈ ਡਿਗਰੀ ਲਿੱਤੀ ਉਸ ਦੀ ਸਰਵਿਸਿਜ਼ ਐਗਜ਼ਾਮਪਲ ਉਹ ਪ੍ਰੋਵਾਈਡ ਕਰ ਰਿਹਾ। ਐਗਜ਼ਾਮਪਲ ਹੁਣ ਕੋਈ ਵਕੀਲ ਹੈ, ਉਹਦਾ ਪ੍ਰੋਫੈਸ਼ਨ ਹੀ ਹੋ ਗਿਆ, ਉਹ ਉਹਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈਗਾ। ਕੋਈ ਚਾਰਟਰਡ ਅਕਾਊਂਟੈਂਟ ਸੀਏ ਵਗੈਰਾ ਬਣੇ, ਉਹਦਾ ਪ੍ਰੋਫੈਸ਼ਨ ਹੈ। ਕੋਈ ਟੀਚਰ, ਡਾਕਟਰ ਸਾਰੇ ਹੋ ਗਏ, ਉਹਨਾਂ ਦਾ ਪ੍ਰੋਫੈਸ਼ਨ ਹੋ ਗਿਆ। ਉਹਦੀਆਂ ਜਦੋਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਤਾਂ ਉਹ ਪ੍ਰੋਫੈਸ਼ਨ ਬਣ ਜਾਂਦੇ ਹੈਗੇ ਨੇ। ਬਿਜ਼ਨਸ ਹੋ ਗਿਆ ਵੀ ਤੁਸੀਂ ਕਿਸੇ ਇੱਕ ਐਕਟੀਵਿਟੀ ਕਰ ਰਹੇ ਹੈਗੇ, ਉਹ ਬਿਜ਼ਨਸ ਹੋ ਜਾਂਦਾ। ਪ੍ਰੋਫੈਸ਼ਨ ਸਮਝ ਆ ਗਿਆ ਨਾ ਡਿਫਰੈਂਸ ਕੀ ਹੋ ਗਿਆ? ਸਰਵਿਸ ਨੂੰ ਸਰ ਕਹਿ ਸਕਦੇ ਹਾਂ। ਜਿੰਨੀਆਂ ਵੀ ਸਰਵਿਸਿਜ਼ ਜੋ ਵੀ ਕੰਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀਆਂ ਹੈਗੀਆਂ ਨੇ ਉਹ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਸਾਡਾ ਪ੍ਰੋਫੈਸ਼ਨ ਹੀ ਹੋ ਗਿਆ। ਜਿਸ ਚੀਜ਼ ਦੇ ਵਿੱਚ ਅਸੀਂ ਨਿਪੁੰਨ ਹੁੰਦੇ ਹੈਗੇ, ਮੀਨ ਸਾਨੂੰ ਉਹਦੀ ਪੂਰੀ ਕੰਮ ਆਉਂਦਾ ਉਹਦੇ ਬਾਰੇ। ਜਿਵੇਂ ਐਗਜ਼ਾਮਪਲ ਲਿਖਿਆ, ਆਡੀਟਰ ਕੈਰਿੰਗ ਔਨ ਹਿਜ਼ ਪ੍ਰੈਕਟਿਸ, ਲਾਇਰ ਆਫ ਡਾਕਟਰਸ, ਪੇਂਟਰ, ਐਕਟਰ, ਆਰਕੀਟੈਕਟ, ਸਕਲਪਟਰ। ਇਹ ਜਿਹੜੇ ਪਰਸਨਸ ਨੇ ਕਹਿੰਦਾ ਆਪਣਾ ਪ੍ਰੋਫੈਸ਼ਨ ਯੂਜ਼ ਕਰਕੇ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਲੇਕਿਨ ਵੀ ਬਿਜ਼ਨਸ ਨਹੀਂ ਕਰਦੇ। ਆਪਣੀ ਚੀਜ਼ ਨੂੰ ਆਪਣੇ ਆਪ ਨੂੰ ਵੇਚਦੇ ਥੋੜੀ ਨੇ। ਹੁਣ ਲਾਇਰ ਹੈ, ਕੋਈ ਆਪਣੇ ਆਪ ਨੂੰ ਵੇਚੂਗਾ ਥੋੜੀ ਵੀ मेरा एक पार्ट ले जाओ तुसी। हाँ बता दो कि हाँ जैसे मोदी भी उसका प्रोफेशन है, वो अपने को बेच रहे, चाय भी बेचना है उसका प्रोफेशन था, तभी तो बनाओ जाके उसमें। प्रोफेशन उनका नहीं, उनके फादर का था। अच्छा, ਕੰਟੀਨਿਊਟੀ ਆਫ ਬਿਜ਼ਨਸ ਔਰ ਪ੍ਰੋਫੈਸ਼ਨ। ਜਦੋਂ ਵੀ ਕਹਿੰਦਾ ਤੁਹਾਡੇ ਬਿਜ਼ਨਸ ਦੇ ਉੱਪਰ ਟੈਕਸ ਲੱਗਣਾ ਹੈਗਾ, ਜ਼ਰੂਰੀ ਹੈ ਕਿ ਉਹਦੇ ਵਿੱਚ ਕੰਟੀਨਿਊਟੀ ਹੋਣੀ ਜ਼ਰੂਰੀ ਹੈ। ਕੰਟੀਨਿਊਟੀ ਮੀਨਸ ਉਹ ਚੀਜ਼ ਲਗਾਤਾਰ ਚੱਲਦੀ ਹੋਣੀ ਚਾਹੀਦੀ ਹੈਗੀ। ਕੋਈ ਤੁਹਾਡਾ ਕੰਮ ਚੱਲਿਆ ਨਹੀਂ ਹੈਗਾ ਪੂਰੇ ਸਾਲ ਦੇ ਵਿੱਚ, ਤੁਸੀਂ ਕਹੋ ਵੀ ਉਹਦੇ ਉੱਪਰ ਅਸੀਂ ਟੈਕਸ ਪੇ ਕਰਾਂਗੇ, ਇਹ ਕਦੀ ਨਹੀਂ ਹੁੰਦਾ ਵੀ ਉਹਦੇ ਉੱਪਰ ਕਦੀ ਟੈਕਸ ਪੇ ਕਰਿਆ ਜਾਊਗਾ। ਜ਼ਰੂਰੀ ਹੈ ਕਿ ਤੁਹਾਡੇ ਬਿਜ਼ਨਸ ਦੇ ਵਿੱਚ ਜਾਂ ਫਿਰ ਪ੍ਰੋਫੈਸ਼ਨ ਦੇ ਵਿੱਚ ਕੰਟੀਨਿਊਟੀ ਹੋਣੀ ਜ਼ਰੂਰੀ ਹੈ, ਵੀ ਲਗਾਤਾਰ ਤਾਂ ਉਹ ਚੱਲਦੇ ਹੋਣੀ ਚਾਹੀਦੀ। ਐਗਜ਼ਾਮਪਲ ਲਿਖਿਆ ਵੀ ਹੈ, has been already mentioned, existence of continuity in business or profession is not essential condition for making this SC liable for tax under this। ਇਹ ਕਿਤੇ ਵੀ ਕਹਿੰਦਾ ਮੈਂਸ਼ਨ ਨਹੀਂ ਕੀਤਾ ਗਿਆ ਕਿ ਕੋਈ ਬਿਜ਼ਨਸ ਚੱਲ ਨਹੀਂ ਰਿਹਾ ਤੁਸੀਂ ਉਹਨੂੰ ਟੈਕਸ ਦੇ ਵਿੱਚ ਲੈ ਲਓਗੇ, ਵੀ ਗਵਰਨਮੈਂਟ ਕਹੂਗੀ ਉਹਦਾ ਟੈਕਸ ਪੇ ਕਰੋ, ਤੁਹਾਡਾ ਬਿਜ਼ਨਸ ਚੱਲ ਰਿਹਾ ਸੀ ਪਿਛਲੇ ਸਾਲ, ਇਸ ਸਾਲ ਤੁਸੀਂ ਅਗਰ ਉਹ ਤਾਂ ਕੋਈ ਕੰਮ ਚੱਲੇ ਹੀ ਨਹੀਂ ਹੈ। ਜਿਵੇਂ ਐਗਜ਼ਾਮਪਲ ਹੁਣ GST ਰਿਟਰਨ ਨੇ, ਹਰ ਮਹੀਨੇ ਤੁਸੀਂ ਭਰਦੇ ਹੋ, ਜੋ ਟੈਕਸ ਪੇ ਕਰਦਾ ਗਵਰਨਮੈਂਟ ਜਮਾ ਕਰਦੇ ਆ। ਹੁਣ 1 ਮਹੀਨੇ ਕੰਮ ਹੀ ਨਹੀਂ ਹੋਊਗਾ ਤਾਂ ਰਿਟਰਨ ਕਿਵੇਂ ਦੀ ਜਾਂਦੀ ਹੈ? ਨੀਲ ਦੀ ਜਾਂਦੀ ਹੈ। ਸੇਮ ਇਦਾਂ ਵੀ ਕੰਡੀਸ਼ਨ ਇਨਕਮ ਟੈਕਸ ਰਿਟਰਨ ਦੇ ਵਿੱਚ ਵੀ ਹੋ ਸਕਦਾ ਹੈ। ਮੰਨ ਲਓ ਕੋਈ ਬਿਜ਼ਨਸ 1 ਸਾਲ ਲੋਕਡਾਊਨ ਚ ਰਹਿ ਗਿਆ, ਆਪਣੇ ਸਾਲ ਦੀ ਖਾਲੀ ਰਿਟਰਨ ਵੀ ਭਰ ਸਕਦੇ ਆ, ਮੀਨ ਸਾਨੂੰ ਕੋਈ ਇਨਕਮ ਨਹੀਂ ਹੋਈ ਹੈਗੀ। ਇਹ ਜ਼ਰੂਰੀ ਹੁੰਦਾ ਕਿ ਲੇਕਿਨ ਰਿਟਰਨ ਭਰਨਾ ਜ਼ਰੂਰੀ, ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਤੁਹਾਡੀ ਇਨਕਮ ਨਹੀਂ ਹੋਈਗੀ। ਜਦੋਂ ਵੀ ਟੈਕਸ ਪੇ ਕਰਿਆ ਜਾਊਗਾ ਤਾਂ ਜ਼ਰੂਰੀ ਹੈ ਕਿ ਬਿਜ਼ਨਸ ਹੋਵੇ। ਬਿਜ਼ਨਸ ਹਮੇਸ਼ਾ ਹੀ ਹੋਣੀ ਚਾਹੀਦੀ, ਟ੍ਰੇਡ ਰਿਲੇਟਡ ਹੋਣੀ ਚਾਹੀਦੀਆਂ ਨੇ, ਵਪਾਰ ਰਿਲੇਟਡ ਬਿਜ਼ਨਸ ਹੋਣਾ ਚਾਹੀਦਾ ਹੈ। ਬਿਨਾਂ ਵਪਾਰ ਰਿਲੇਟਡ ਤੁਸੀਂ ਕੋਈ ਬਿਜ਼ਨਸ ਨਹੀਂ ਕਰਿਆਗਾ, ਤੁਸੀਂ ਇਦਾਂ ਕੋਈ ਅਸੀਂ ਸਾਨੂੰ ਬਿਜ਼ਨਸ ਕਰਿਆ, ਸਾਨੂੰ ਇਨਕਮ ਹੋਈ ਹੈ, ਗਲਤ ਸ਼ੋ ਕਰ ਦੂੰਗਾ। ਅਗਰ ਇਹ ਫਾਈਂਡ ਹੋ ਜਾਂਦਾ ਤਾਂ ਜੁਰਮਾਨੇ ਉਹਦੇ ਲੱਗ ਸਕਦੇ ਹੈਗੇ। ਕੁਝ ਲੋਕ ਇਦਾਂ ਦੇ ਇਲੀਗਲ ਕੰਮ ਕਰ ਰਹੇ ਨੇ,
ਉਹਨੂੰ ਬਿਜ਼ਨਸ ਸ਼ੋ ਕਰਕੇ ਆਪਣੀ ਰਿਟਰਨਾਂ ਵੀ ਭਰੇ ਜਾ ਰਹੇ ਨੇ, ਵੀ ਗਵਰਨਮੈਂਟ ਕੋਲੋਂ ਟੈਕਸ ਆ ਰਿਹਾ, ਗਵਰਨਮੈਂਟ ਨੇ ਕੁਝ ਨਹੀਂ। ਲੇਕਿਨ ਕਦੇ ਵੀ ਕੋਈ ਚੀਜ਼ ਫਾਈਂਡ ਹੋ ਸਕਦਾ ਹੈ, ਅਗਰ ਕਾਮਨ ਕੋਈ ਟੈਸਟ ਜਿਵੇਂ ਕੋਈ ਫਾਰਮੂਲਾ ਨਿਕਲ ਕੇ ਆ ਗਿਆ, ਗਵਰਨਮੈਂਟ ਨੂੰ ਲੱਗਦਾ ਵੀ ਹਾਂ ਕਿਤੇ ਗੜਬੜ ਹੈ, ਤਾਂ ਉਹਨੂੰ ਉਹਦੇ ਉੱਪਰ ਜੁਰਮਾਨਾ ਵੀ ਪੇ ਕਰਨਾ ਪੈਣਾ ਹੈ। ਉਸ ਤੋਂ ਬਾਅਦ ਹੈਗਾ ਬੇਸਿਸ ਆਫ ਚਾਰਜ। ਤੁਹਾਡੀ ਜਿਹੜੀ ਬਿਜ਼ਨਸ ਜਾਂ ਫਿਰ ਪ੍ਰੋਫੈਸ਼ਨ ਤੋਂ ਜਿਹੜੀ ਇਨਕਮ ਹੋਣੀ ਹੈ, ਕਿਹੜੀ ਇਨਕਮ ਹੋਗੀ ਜਿਹਦੇ ਉੱਪਰ ਟੈਕਸ ਤੁਹਾਡਾ ਲੱਗਦਾ ਹੈ। ਸਭ ਤੋਂ ਪਹਿਲਾਂ ਪ੍ਰੋਫਿਟ ਐਂਡ ਗੇਨ ਆਫ ਐਨੀ ਬਿਜ਼ਨਸ ਔਨ ਪ੍ਰੋਫੈਸ਼ਨ। ਤੁਹਾਨੂੰ ਕਿਸੇ ਵੀ ਬਿਜ਼ਨਸ ਜਾਂ ਪ੍ਰੋਫੈਸ਼ਨ ਤੋਂ ਕੋਈ ਪ੍ਰੋਫਿਟ ਹੋ ਰਿਹਾ, ਉਹਦੇ ਉੱਪਰ ਟੈਕਸ ਲੱਗੂਗਾ। ਐਨੀ ਕੰਪਨਸੇਸ਼ਨ ਅਦਰ ਪੇਮੈਂਟਸ ਡਿਊ ਔਰ ਰਿਸੀਵਡ ਬਾਈ ਐਨੀ ਪਰਸਨ ਸਪੈਸੀਫਾਈਡ ਸੈਕਸ਼ਨ। ਜਿੰਨੀਆਂ ਵੀ ਪੇਮੈਂਟਸ ਤੁਹਾਡੀਆਂ ਰਿਸੀਵ ਨੇ ਬਿਜ਼ਨਸ ਰਿਲੇਟਡ, ਜਿਵੇਂ ਐਗਜ਼ਾਮਪਲ ਕੋਈ ਇਨਕਮ ਰਿਸੀਵੇਬਲ ਤੁਸੀਂ ਪਾ ਦਿੰਦੇ ਹੋ, ਉਹ ਬਿਜ਼ਨਸ ਦੇ ਵਿੱਚ ਹੀ ਆਂਦੀ ਹੈਗੀ ਤੁਹਾਡੀ, ਤਾਂ ਉਹਦੇ ਉੱਪਰ ਵੀ ਤੁਹਾਡਾ ਟੈਕਸ ਲੱਗਣੇ ਹੈ। Income derived by professional trade or similar association from the specific service performed by its members। ਜਿਹੜੇ ਮੈਂਬਰ ਕੋਈ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈਗੇ ਨੇ, ਇਨਕਮ ਤਾਂ ਬਿਜ਼ਨਸ ਨੂੰ ਹੀ ਹੁੰਦੀ ਹੈਗੀ, ਉਹ ਸਾਰੀ ਇਨਕਮ ਤੁਹਾਡੀ ਟੈਕਸੇਬਲ ਹੋਊਗੀ। The value of any benefit purchased whether convertible into money or not arising from business। ਬਿਜ਼ਨਸ ਤੋਂ ਤੁਹਾਨੂੰ ਕਿਸੇ ਪ੍ਰਕਾਰ ਦੇ ਕੋਈ ਬੈਨੀਫਿਟ ਹੋਏ ਜਾਂ ਫਿਰ ਕੋਈ ਤੁਹਾਨੂੰ ਬਿਜ਼ਨਸ ਦੇ ਵਿੱਚ ਕਿਸੇ ਪ੍ਰਕਾਰ ਦੇ ਕੋਈ ਗਿਫਟ, ਕਈ ਵਾਰ ਕੋਈ ਇਦਾਂ ਦਾ ਬਿਜ਼ਨਸ ਵੀ ਹੁੰਦਾ ਗਵਰਨਮੈਂਟ ਵੱਲੋਂ ਤੁਹਾਨੂੰ ਮੰਨ ਲਓ ਕੋਈ ਪੈਸਾ ਮਿਲ ਗਿਆ ਗਿਫਟ ਤੋਂ, ਗਵਰਨਮੈਂਟ ਨੇ ਤੁਹਾਨੂੰ ਸਬਸਿਡੀ ਦਿੱਤੀ, ਤੁਸੀਂ ਉਹ ਨਹੀਂ ਕਹਿ ਸਕਦੇ ਵੀ ਗਵਰਨਮੈਂਟ ਸਾਨੂੰ ਸਬਸਿਡੀ, ਅਸੀਂ ਕੋਈ ਟੈਕਸ ਨਹੀਂ। ਅਗਰ ਤੁਹਾਨੂੰ ਅਮਾਉਂਟ 50,000 ਤੋਂ ਜ਼ਿਆਦਾ ਮਿਲੀ ਹੈਗੀ ਹੈ, ਬਿਜ਼ਨਸ ਦੇ ਵਿੱਚ ਆਈ ਹੈ, ਤਾਂ ਤੁਹਾਨੂੰ ਸ਼ੋ ਕਰਨੀ ਪਊਗੀ। ਅਗਰ ਉਹ ਡਿਡਕਸ਼ਨ ਚਾਹੁੰਦੀ ਤਾਂ ਡਿਡਕਸ਼ਨ ਹੋ ਜਾਣਗੀ, ਅਦਰਵਾਈਜ਼ ਤੁਹਾਨੂੰ ਉਹਦੇ ਉੱਪਰ ਟੈਕਸ ਪੇ ਕਰਨਾ ਹੀ ਪੈਣਾ। ਐਕਸਪੋਰਟ ਇਨਸੈਂਟਿਵ ਅਵੇਲੇਬਲ ਟੂ ਐਕਸਪੋਰਟਰ। ਜਿਹੜੇ ਪਰਸਨ ਐਕਸਪੋਰਟ ਦਾ ਕੰਮ ਕਰਦੇ ਨੇ ਉਹਨਾਂ ਨੂੰ ਜਿੰਨੇ ਪ੍ਰਕਾਰ ਦਾ ਇਨਸੈਂਟਿਵ ਮਿਲਦਾ ਹੈ, ਉਹ ਬਿਜ਼ਨਸ ਇਨਕਮ ਹੀ ਮੰਨੀ ਜਾਂਦੀ ਹੈ, ਉਹਦੇ ਉੱਪਰ ਟੈਕਸ ਲੱਗੇਗਾ। ਐਨੀ ਇੰਟਰਸਟ, ਸੈਲਰੀ, ਬੋਨਸ, ਕਮਿਸ਼ਨ, ਰੈਮੂਨੇਸ਼ਨ ਰਿਸੀਵਡ ਬਾਈ ਪਾਰਟਨਰ ਫਰਮ ਦੀ ਫਰਮ। ਫਰਮ ਦੇ ਵਿੱਚ ਜਿਹੜੇ ਪਰਸਨਸ ਨੂੰ ਕਹਿੰਦਾ ਸੈਲਰੀ, ਕਮਿਸ਼ਨ ਜਾਂ ਕੰਪਨਸੇਸ਼ਨ ਕੁਝ ਵੀ ਮਿਲ ਰਿਹਾ, ਉਹ ਵੀ ਬਿਜ਼ਨਸ ਇਨਕਮ ਟੈਕਸ ਲੱਗੇਗਾ ਉਹਦੇ। ਸਮ ਰਿਸੀਵਡ ਨੋਟ ਕੈਰਿੰਗ ਫॉर ਐਨੀ ਐਕਟੀਵਿਟੀ ਇਨ ਰਿਲੇਸ਼ਨ ਆਫ ਐਨੀ ਬਿਜ਼ਨਸ। ਕੋਈ ਐਦਾਂ ਦੀ ਅਮਾਉਂਟ ਤੁਹਾਨੂੰ ਮਿਲ ਰਹੀ ਹੈ ਜਿਹਦੇ ਤੇ ਤੁਸੀਂ ਕਹਿੰਦਾ ਬਿਜ਼ਨਸ ਨਹੀਂ ਕੀਤਾ, ਲੇਕਿਨ ਤੁਹਾਡੀ ਐਕਟੀਵਿਟੀਜ਼ ਉਹਦੇ ਲਈ, ਜਿਵੇਂ ਐਗਜ਼ਾਮਪਲ ਸ਼ੇਅਰ ਐਨੀ ਹਾਊ ਨਾਓ, ਵੀ ਤੁਸੀਂ ਕੋਈ ਚੀਜ਼ ਸ਼ੇਅਰ ਕੀਤਾ ਵੀ ਕਿ ਇਹ ਕੰਮ ਕਿਸ ਤਰ੍ਹਾਂ ਹੋ ਸਕਦਾ, ਕਿਸ ਤਰ੍ਹਾਂ ਨਹੀਂ, ਫਾਇਦਾ ਚੱਕ ਸਕਦੇ ਹਾਂ, ਉਹਦਾ ਤੁਹਾਨੂੰ ਇਨਕਮ ਹੋ ਰਹੀ ਹੈ। ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਜਿਵੇਂ ਸਰਵਿਸ ਦੀ ਇਨਕਮ ਮਿਲਦੀ ਹੈ। ਦੂਸਰਾ ਕੋਈ ਪੇਟੈਂਟ ਜਾਂ ਫਿਰ ਕਾਪੀਰਾਈਟ ਜਾਂ ਫਿਰ ਟ੍ਰੇਡਮਾਰਕ, ਜਿਹੜੇ ਕੰਪਨੀ ਦੇ ਆਪਣੇ ਲੋਗੋ ਵਗੈਰਾ ਹੁੰਦੇ ਨੇ ਜਾਂ ਕੰਪਨੀ ਦੇ ਆਪਣੇ ਕਾਪੀਰਾਈਟਸ, ਉਹਨਾਂ ਦੀ ਕੋਈ ਇਨਕਮ ਮਿਲ ਰਹੀ ਹੈ। ਐਗਜ਼ਾਮਪਲ ਕੰਪਨੀ ਨੂੰ ਕੋਈ ਗੁੱਡਵਿਲ ਦੀ ਜਿਵੇਂ ਇਨਕਮ ਮਿਲ ਰਹੀ ਹੈ, ਕੰਪਨੀ ਦੀ ਵੈਲਿਊ ਮਾਰਕੀਟ 'ਚ ਬਣੀ ਹੋਈ ਹੈ, ਉਹਨਾਂ ਨੂੰ ਗੁੱਡਵਿਲ ਦਾ ਪੈਸਾ ਆ ਰਿਹਾ ਹੈ, ਆਪਣੀ ਗੁੱਡਵਿਲ ਦੀ ਇਨਕਮ ਸ਼ੋ ਕਰਦੇ ਨੇ, ਤਾਂ ਗੁੱਡਵਿਲ ਦੀ ਇਨਕਮ ਦੇ ਉੱਪਰ ਵੀ ਉਹਨਾਂ ਨੂੰ ਟੈਕਸ ਪੇ ਕਰਨਾ ਪੈਣਾ, ਕਿਉਂਕਿ ਬਿਜ਼ਨਸ ਇਨਕਮ ਹੀ ਮੰਨੀ ਜਾਏਗੀ। ਐਨੀ ਸਮ ਰਿਸੀਵਡ ਅੰਡਰ ਏ ਕੀਮੈਨ ਇੰਸ਼ੋਰੈਂਸ ਪਾਲਿਸੀ। ਕੀਮੈਨ ਇੰਸ਼ੋਰੈਂਸ ਮੀਨਸ ਕੰਪਨੀ ਨੇ ਕੋਈ ਕੀਮੈਨ ਇੰਸ਼ੋਰੈਂਸ ਕਰਾਈ ਹੋਈ ਹੈ ਬਿਜ਼ਨਸ ਦੇ ਵਿੱਚ, ਉਹ ਇੰਸ਼ੋਰੈਂਸ ਦਾ ਪੈਸਾ ਕੰਪਨੀ ਨੂੰ ਮਿਲਿਆ ਹੈ, ਤਾਂ ਉਹਦਾ ਪੈਸਾ ਵੀ ਕੰਪਨੀ ਨੂੰ ਟੈਕਸ ਪੇ ਕਰਨਾ ਪਊਗਾ ਜੋ ਬਣਦਾ ਹੈ ਉਹ, ਕਿਉਂਕਿ ਐਨੂਅਲ ਵੈਲਿਊ ਦੇ ਵਿੱਚ ਅਸੀਂ ਲੈ ਕੇ ਆਵਾਂਗੇ। ਪ੍ਰੋਫਿਟ ਐਂਡ ਗੇਨ ਆਫ ਮੈਨੇਜਿੰਗ ਏਜੰਸੀ। ਤੁਹਾਡੀ ਕਿਸੇ ਵੀ ਮੈਨੇਜਿੰਗ, ਕੋਈ ਵੀ ਤੁਸੀਂ ਬਿਜ਼ਨਸ ਕਰਦਾ ਮੈਨੇਜ ਕਰ ਰਹੇ ਹੋ, ਏਜੰਸੀ ਖੋਲੀ ਹੋਈ ਤੁਸੀਂ, ਕੁਝ ਵੀ ਤੁਹਾਨੂੰ ਜਿੱਥੋਂ ਪ੍ਰੋਫਿਟ ਹੋ ਰਿਹਾ ਜਾਂ ਕੋਈ ਤੁਸੀਂ ਪੈਸਾ ਕਿਸੇ ਇਨਵੈਸਟਮੈਂਟ ਕੀਤਾ ਹੋਇਆ ਬਿਜ਼ਨਸ ਦਾ, ਕਈ ਵਾਰ ਇਦਾਂ ਦਾ ਕੰਪਨੀ ਨੇ ਆਪਣਾ ਪੈਸਾ ਕਿਸੇ ਹੋਰ ਕੰਪਨੀ 'ਚ ਲਗਾਇਆ, ਉਹਦਾ ਨੂੰ ਇੰਟਰਸਟ ਵਗੈਰਾ ਆ ਰਿਹਾ ਹੈਗਾ, ਉਹ ਸਾਰਾ ਟੈਕਸੇਬਲ ਹੋ ਜਾਂਦਾ ਹੈ। ਇਨਕਮ ਫਰੋਮ ਸਪੈਕੂਲੇਸ਼ਨ ਟ੍ਰਾਂਜੈਕਸ਼ਨ। ਸਪੈਕੂਲੇਸ਼ਨ ਟ੍ਰਾਂਜੈਕਸ਼ਨ ਕੰਪਨੀ ਨੇ ਕਿਤੇ ਕੋਈ ਸੱਟੇ ਦੇ ਤੌਰ ਤੇ ਜਾਂ ਫਿਰ ਮੀਨਸ ਕਿਤੇ ਕੋਈ ਗੇਮ ਵਗੈਰਾ ਵਿੱਚ ਪੈਸਾ ਲਗਾਤਾ, ਕਿਸੇ ਸੱਟੇ ਦੇ ਤੌਰ ਤੇ ਕੋਈ ਲੋਟਰੀ ਕੰਮ ਬਿਜ਼ਨਸ ਨੂੰ ਲੱਗ ਗਈ, ਤਾਂ ਉਦਾਂ ਦਾ ਅਗਰ ਕੋਈ ਬਿਜ਼ਨਸ ਨੂੰ ਕੋਈ ਇਨਕਮ ਹੋਈ ਹੈ, ਉਹ ਵੀ ਸਾਡੀ ਬਿਜ਼ਨਸ ਇਨਕਮ ਮੰਨੀ ਜਾਏਗੀ, ਉਹਦੇ ਉੱਪਰ ਟੈਕਸ ਕੰਪਨੀ ਨੂੰ ਪੇ ਕਰਨਾ ਹੀ ਪੜੇਗਾ। ਕਈ ਵਾਰ ਕੋਈ ਕੰਪਨੀ ਵਾਲੇ ਲਗਾ ਲੈਂਦੇ ਨੇ, ਉਹਨਾਂ ਨੂੰ ਲੱਗਦਾ ਵੀ ਇੱਥੇ ਪੈਸਾ ਲਗਾਉਣਾ ਸਾਨੂੰ ਫਾਇਦਾ ਹੋਇਆ, ਅਸੀਂ ਪੈਸਾ ਔਰ ਬੈਂਕ ਦੇ ਵਿੱਚ ਇੰਨਾ ਇੰਟਰਸਟ ਨਹੀਂ ਕਮਾ ਸਕਦੇ, ਉੱਥੇ ਪੈਸਾ ਲਗਾਉਣਾ ਸਾਨੂੰ ਫਾਇਦਾ ਹੋ ਗਿਆ, ਇੱਕ ਤਰ੍ਹਾਂ ਦਾ ਗੇਨ ਹੀ ਹੋ ਗਿਆ, ਇਕੱਠਾ ਪੈਸਾ ਕਿੱਥੋਂ ਬਿਜ਼ਨਸ ਨੂੰ ਫਾਇਦਾ ਹੋ ਗਿਆ, ਉਹ ਵੀ ਇਨਕਮ ਦੇ ਵਿੱਚ ਮੰਨਿਆ ਜਾਊਗਾ। ਔਰ ਇਹ ਜਿੰਨੀ ਇਨਕਮ ਲਿਖੇ ਹੋਏ ਨੇ ਇਹ ਸਾਰੇ ਨੂੰ ਟੋਟਲ ਕਰਕੇ ਹੀ ਬਿਜ਼ਨਸ ਇਨਕਮ ਕੈਲਕੂਲੇਟ ਹੁੰਦੀ ਹੈ। ਫਿਰ ਤੁਹਾਡੇ ਕੋਲ ਹੈਗਾ ਮੈਥਡ ਆਫ ਅਕਾਊਂਟਿੰਗ। ਬਿਜ਼ਨਸ ਪ੍ਰੋਫੈਸ਼ਨ ਦਾ ਅਕਾਊਂਟਿੰਗ ਦਾ ਮੈਥਡ ਕੀ ਹੈ, ਤੁਸੀਂ ਕਿਸ ਤਰ੍ਹਾਂ ਕਹਿੰਦਾ ਬਿਜ਼ਨਸ ਇਨਕਮ ਫਾਈਂਡ ਕਰਦੇ ਹੋ। ਸਿੰਪਲ ਜਿਹਾ ਫੰਡਾ ਹੈ ਬਿਜ਼ਨਸ ਦੇ ਵਿੱਚ, ਜਦੋਂ ਵੀ ਤੁਸੀਂ ਪ੍ਰੋਫਿਟ ਐਂਡ ਗੇਨ ਦੇਖਦੇ ਹੈਗੇ ਹੋ, ਤੁਸੀਂ ਬਿਜ਼ਨਸ ਵਿੱਚ ਕੀ ਕਰਦੇ ਹੋ, ਇਨਕਮ ਫਰੋਮ ਅਦਰ ਸੋਰਸਿਸ ਦੇਖਣ ਨੂੰ ਪ੍ਰੋਫਿਟ ਐਂਡ ਲੋਸ ਅਕਾਊਂਟ ਨੂੰ ਅਸੀਂ ਹਮੇਸ਼ਾ ਲੈ ਕੇ ਚੱਲਦੇ ਹਾਂ। ਕੋਈ ਵੀ ਬਿਜ਼ਨਸ ਨੇ ਉਹਨਾਂ ਦੀ ਬੈਲੈਂਸ ਸ਼ੀਟ ਬਣਦੀਆਂ ਨੇ, ਉਹਦੇ ਵਿੱਚ ਪ੍ਰੋਫਿਟ ਐਂਡ ਲੋਸ ਅਕਾਊਂਟ ਜਦੋਂ ਬਣਦਾ ਹੈ, ਉਹਦਾ ਜੋ ਪ੍ਰੋਫਿਟ ਨਿਕਲ ਕੇ ਆਉਂਦਾ ਹੈ ਉਹਦੇ ਉੱਪਰ ਹੀ ਟੈਕਸ ਪੇ ਕੀਤਾ ਜਾਂਦਾ ਹੈਗਾ। ਅਸੀਂ ਕੋਈ ਅਲੱਗ ਤੋਂ ਇਨਕਮ ਨਹੀਂ ਬਣਾਉਂਦੇ ਹੈਗੇ, ਇਹਦੇ ਵਿੱਚ ਵੀ ਕੋਈ ਸੈਲਰੀ, ਇਹ ਤਾਂ ਕੁਝ ਬਿਜ਼ਨਸ ਦੇ ਵਿੱਚ ਨਹੀਂ ਆਉਂਦੀਆਂ। ਜਿੰਨਾ ਤੁਹਾਡਾ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਵਿੱਚੋਂ ਪ੍ਰੋਫਿਟ ਨਿਕਲ ਕੇ ਆਊਗਾ, ਉਹ ਤੁਹਾਡੇ ਬਿਜ਼ਨਸ ਦਾ ਪ੍ਰੋਫਿਟ ਮੰਨਿਆ ਜਾਂਦਾ ਹੈ, ਉਹਦੇ ਉੱਪਰ ਹੀ ਟੈਕਸ ਪੇ ਕਰਦੇ। ਇਹਨਾਂ ਲਿਖਿਆ ਵੀ ਹੈ ਬਿਜ਼ਨਸ ਦੇ ਵਿੱਚ ਜਦੋਂ ਵੀ ਕਹਿੰਦਾ ਤੁਸੀਂ ਪ੍ਰੋਫਿਟ ਐਂਡ ਲੋਸ ਫਾਈਂਡ ਕਰਦੇ ਹੋ, ਦੋ ਤਰੀਕੇ ਨਾਲ, ਦੋ ਸਿਸਟਮ ਨੇ, ਮਰਕੈਂਟਾਈਲ ਸਿਸਟਮ ਔਰ ਕੈਸ਼ ਸਿਸਟਮ। ਮਰਕੈਂਟਾਈਲ ਸਿਸਟਮ ਹੋ ਗਿਆ ਜਿਹਦੇ ਤੇ ਐਕਰੂਅਲ ਬੇਸਿਸ ਚੱਲਦੇ ਨੇ, ਚਾਹੇ ਤੁਹਾਡੀਆਂ ਉਧਾਰ ਦੀਆਂ ਐਂਟਰੀਆਂ ਵੀ ਨੇ ਉਹ ਵੀ ਸਾਰੀਆਂ ਪਈਆਂ ਹੁੰਦੀਆਂ ਨੇ ਵਿੱਚ, ਅਸੀਂ ਲਿਖਦੇ ਹਾਂ ਨਾ ਸਾਡਾ ਸਟੈਂਡਰਡ ਰੈਂਟ, ਅਸੀਂ ਰੈਂਟ ਪੇਬਲ, ਰੈਂਟ ਐਕਸਪੈਂਸਿਵ ਐਂਟਰੀਆਂ ਪਾ ਲੈਂਦੇ ਹੈਗੀਆਂ, ਡਿਸਕਾਊਂਟ ਇਨਕਮ ਰਿਸੀਵੇਬਲ ਹੁੰਦੀ ਹੈ ਲੇਕਿਨ ਅਸੀਂ ਸ਼ੋ ਕਰ ਲੈਂਦੇ ਹਾਂ, ਡੈਬਿਟ ਦੇ ਵੀ ਦਿਖਾਤਾ ਰਿਸੀਵੇਬਲ, ਡੈਬਿਟ 'ਚ ਦਿਖਾਤਾ ਸਾਡਾ ਕੁਝ ਹੋਗਾ, ਕ੍ਰੈਡਿਟ 'ਚ ਰਿਸੀਵੇਬਲ ਦਿਖਾ ਦਿੰਦੇ ਆ ਵੀ ਉਹ ਅਮਾਊਂਟ ਸਾਨੂੰ ਇਨਕਮ ਰਿਸੀਵ ਹੋਣੀ ਹੀ ਹੋਣੀ ਹੈਗੀ ਹੈ, ਫਿਰ ਅਸੀਂ ਉਹ ਐਂਟਰੀਆਂ ਪਾਉਂਦੇ ਹੈਗੇ, ਪਾਸ ਕਰਦੇ ਹਾਂ, ਉਹ ਮਰਕੈਂਟਾਈਲ ਸਿਸਟਮ ਹੋ ਗਿਆ। ਇੱਕ ਹੋ ਗਿਆ ਕੈਸ਼ ਸਿਸਟਮ, ਸਿਰਫ ਕੈਸ਼ ਦੀਆਂ ਹੀ ਐਂਟਰੀਆਂ ਪਈਆਂ ਹੁੰਦੀਆਂ ਨੇ, ਜਿਹੜਾ ਪੈਸਾ ਦੇਤਾ ਉਹ ਜਿਹੜਾ ਪੈਸਾ ਆ ਗਿਆ, ਉਹਦੇ ਬੇਸਿਸ ਜਦੋਂ ਅਸੀਂ ਪ੍ਰੋਫਿਟ ਐਂਡ ਲੋਸ ਫਾਈਂਡ ਕਰ ਲੈਂਦੇ ਹਾਂ, ਉਹ ਤੁਹਾਡੇ ਇਨਕਮ ਦੀ ਬਿਜ਼ਨਸ ਦੀ ਇਨਕਮ ਮੰਨੀ ਜਾਊਗੀ।
ਕੋਈ ਇਸ ਤਰ੍ਹਾਂ ਪਰਸਨ ਤਾਂ ਹੈ ਨਹੀਂ ਜਿਹੜਾ ਅਕਾਊਂਟ ਰਿਲੇਟਡ ਹੈ ਨਹੀਂ ਜਿਹਨੂੰ ਪ੍ਰੋਫਿਟ ਐਂਡ ਲਾਸ ਨਾ ਪਤਾ ਹੋਵੇ। ਪਤਾ ਹੈ ਨਾ ਸਭ ਨੂੰ ਹਾਂਜੀ ਪ੍ਰੋਫਿਟ ਐਂਡ ਲਾਸ ਫਾਈਂਡ ਜਿਵੇਂ ਕਰਦੇ ਆ ਉਦਾਂ ਹੀ ਬਿਜ਼ਨਸ ਦੇ ਵਿੱਚ ਤੁਹਾਡੀ ਇਨਕਮ ਫਾਈਂਡ ਹੋਏਗੀ। ਇਹਨਾਂ ਲਿਖਿਆ ਵੀ ਹੈ ਪ੍ਰੋਫਿਟ ਐਂਡ ਲਾਸ ਔਨ ਸਪੈਕੂਲੇਸ਼ਨ ਬਿਜ਼ਨਸ। ਕੋਈ ਬਿਜ਼ਨਸ ਜਿਹੜਾ ਕਹਿੰਦਾ ਸਪੈਕੂਲੇਸ਼ਨ ਤੇ ਚੱਲਦੇ ਨੇ। ਸਪੈਕੂਲੇਸ਼ਨ ਦਾ ਮਤਲਬ ਹੁੰਦਾ ਜਿਵੇਂ ਲੋਟਰੀ ਵਗੈਰਾ ਜਾਂ ਕੋਈ ਗੇਮ ਵਗੈਰਾ ਹੋ ਗਿਆ, ਗੇਮ ਦੇ ਵਿੱਚ ਪੈਸੇ ਪੂਸੇ ਲਗਾਉਂਦੇ ਨੇ। ਇਹ ਵੀ ਬਿਜ਼ਨਸ ਹੀ ਹੁੰਦੇ ਨੇ ਕੁਝ ਕੰਪਨੀਆਂ ਦੇ, ਉਹ ਜਿਵੇਂ ਐਡਵਰਟਾਈਜ਼ਮੈਂਟ ਬੇਸ ਤੇ ਚੱਲਦੇ ਨੇ ਵੀ ਜ਼ਿਆਦਾ ਪੈਸਾ ਲਗਾਓ ਅਸੀਂ ਉੱਥੋਂ ਪੈਸਾ ਜਿੱਤਾਂਗੇ। ਇਦਾਂ ਦੇ ਵੀ ਤੁਹਾਡੇ ਕੋਈ ਬਿਜ਼ਨਸ ਹੋਣਗੇ ਜਿੰਨੀ ਤੁਹਾਨੂੰ ਇਨਕਮ ਹੋਊਗੀ ਉਹ ਤੁਹਾਨੂੰ ਸ਼ੋ ਕਰਨੀ ਪੈਂਦੀ ਹੈ। ਇਹਦੇ ਉੱਪਰ ਬਿਜ਼ਨਸ ਤਾਂ ਕੋਈ ਵੀ ਹੋਵੇ ਡਾਇਰੈਕਟ ਗਵਰਨਮੈਂਟ ਨੇ ਸੈਟਅਪ ਕਰਿਆ ਹੋਇਆ ਹੈ 30% ਤੁਹਾਡਾ ਰੇਟ ਹੈ, ਜਿੰਨੀ ਤੁਹਾਨੂੰ ਇਨਕਮ ਹੋਊਗੀ ਉਸ ਉੱਪਰ ਟੈਕਸ ਪੇ ਕਰਨਾ ਹੀ ਪੈਂਦਾ ਹੈਗਾ ਸਾਨੂੰ, ਠੀਕ ਹੈ ਜੀ। ਜਿਹੜਾ ਸਿਰਫ ਹਿੰਦੂ ਅਨਡਿਵਾਈਡਡ ਬਿਜ਼ਨਸ ਹੈ ਔਰ ਜਾਂ ਫਿਰ ਇੰਡੀਵਿਜੂਅਲ ਬੇਸ ਤੇ ਬਿਜ਼ਨਸ ਨੇ ਉਹਨਾਂ ਦਾ ਰੇਟ ਸਲੈਬ ਰੇਟ ਦੇ ਅਕੋਰਡਿੰਗ ਹੁੰਦੇ ਨੇ। ਬਾਕੀ ਜਿੰਨੇ ਪ੍ਰਕਾਰ ਦੇ जो भी बिजनेस होंगे 30% फिक्स ही है। कंपनी है वो तो हिंदू अनडिवाइडेड फैमिली के तौर पे चलती होगी ना, ये तो पूछना पड़ेगा। उसने सर मतलब देखा ना जो रिलायंस फैमिली है मतलब। चलो अभी टॉपिक फटाफट खत्म कर लो, टाइम का हो गया वो।